ਅੱਖਰ ਅੱਖਰ ਮੋਤੀ ਬਣਦੇ ਮੋਤੀਆਂ ਤੋਂ ਫਿਰ ਮਾਲਾ, ਅੱਖਰ ਅੱਖਰ ਮੋਤੀ ਬਣਦੇ ਮੋਤੀਆਂ ਤੋਂ ਫਿਰ ਮਾਲਾ, ਆਓ ਮੁੜ ਤੋਂ ਗੂੜਾ ਕਰੀਏ ਰਿਸ਼ਤਾ ਸਾਹਿਤਕ ਤੰਦਾਂ ਵਾਲਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਜਸ ਪੰਜਾਬੀ ਦੇ ਨਾਲ, ਔਰ ਜਸ ਪੰਜਾਬੀ ਦੀ ਖਿੜਕੀ ਦੇ ਰਾਹੀਂ ਅਸੀਂ ਸਾਹਿਤਕ ਤੰਦਾਂ ਦਾ ਅੱਜ ਦਾ ਸਫ਼ਰ ਜਿਹੜਾ ਹੈ ਉਹ ਤੁਹਾਡੇ ਵਿਹੜਿਆਂ ਤੱਕ ਲੈ ਕੇ ਆਵਾਂਗੇ। ਬੜੇ ਸੋਹਣੇ ਜਿਹੇ ਮਾਹੌਲ ਦੇ ਵਿੱਚ ਬੈਠਾ। ਕਹਿੰਦੇ ਆ ਇਹ ਬੜੇ ਘੱਟ ਲੋਕਾਂ ਨੂੰ ਨਸੀਬ ਹੁੰਦਾ ਹੈ, ਉਹ ਵੀ ਖਾਸ ਤੌਰ 'ਤੇ ਜਿਹੜਾ ਦੌਰ ਅੱਜ ਕੱਲ੍ਹ ਚੱਲ ਰਿਹਾ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ, ਕਿ ਤੁਸੀਂ ਕੁਦਰਤ ਦਾ ਨਿੱਘ ਮਾਣੋ। ਰੌਲਾ ਬੜਾ ਪੈ ਰਿਹਾ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਵੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਕਿ ਭਾਈ ਛਬੀਲਾਂ ਔਰ ਲੰਗਰ ਜਿੰਨੇ ਮਰਜ਼ੀ ਲਾਈ ਚੱਲੀਏ ਆਪਾਂ, ਪਰ ਰੁੱਖ ਲਾਏ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ, ਜਿਨ੍ਹਾਂ ਨੂੰ ਅਸੀਂ ਦਿਨੋਂ ਦਿਨ ਵੱਢਦੇ ਜਾਂਦੇ ਹਾਂ। ਕੰਕਰੀਟ ਦੇ ਜੰਗਲ ਅਸੀਂ ਬਹੁਤ ਵੱਡੇ ਖੜੇ ਕਰ ਲਏ ਤਰੱਕੀ ਦੇ ਨਾਂ 'ਤੇ, ਹੋਰ ਬੜਾ ਕੁਝ ਤਰੱਕੀ ਦੇ ਨਾਂ 'ਤੇ ਕਰ ਲਿਆ, ਪਰ ਅਸੀਂ ਕੁਦਰਤ ਨੂੰ ਵਿਸਾਰ ਦਿੱਤਾ। ਅਤੇ ਹੁਣ ਜਦੋਂ ਕੁਦਰਤ ਫਿਰ ਉਸ ਦਾ ਬਦਲਾ ਸ਼ਬਦ ਤਾਂ ਨਹੀਂ ਕਹੂੰਗਾ, ਜਦੋਂ ਕੁਦਰਤ ਫਿਰ ਆਪਣਾ ਰੰਗ ਦਿਖਾਉਂਦੀ ਹੈ ਤਾਂ ਫਿਰ ਮਨੁੱਖੀ ਜਿਹੜੀ ਸਾਡੀ ਅਸੀਂ ਪ੍ਰਜਾਤੀ ਦੇ ਲੋਕ ਆ, ਮਨੁੱਖੀ ਪ੍ਰਜਾਤੀ ਦੇ ਲੋਕ ਆ, ਫਿਰ ਅਸੀਂ ਤਰ੍ਹਾਂ ਕਰਦੇ ਹਾਂ। ਫਿਰ ਅਸੀਂ ਏਸੀਆਂ ਵੱਲ ਵੀ ਭੱਜਦੇ ਹਾਂ ਅਤੇ ਹੋਰ ਜਿਹੜੀਆਂ ਹਰੀਆਂ ਚਾਦਰਾਂ ਚੂਦਰਾਂ ਜੀਆਂ ਆਪਣੇ ਵਿਹੜਿਆਂ 'ਚ ਪਾਉਂਦੇ ਹਾਂ, ਪਰ ਰੁੱਖ ਨਹੀਂ ਲਾਉਂਦੇ। ਇਹ ਐਡੀ ਲੰਬੀ ਚੌੜੀ ਗੱਲਬਾਤ ਮੈਂ ਤਾਂ ਕੀਤੀ ਕਿਉਂਕਿ ਮੈਂ ਜਿੱਥੇ ਬੈਠਾ, ਮੈਂ ਕੁਦਰਤ ਦੀ ਗੋਦ ਦੇ ਵਿੱਚ ਬੈਠਾ। ਤੁਹਾਨੂੰ ਸੋਹਣਾ ਲੱਗੇਗਾ ਜੇ ਪਿੱਛੋਂ ਕਿਤੇ ਮੋਰ ਤੁਹਾਨੂੰ ਬੋਲਦਾ ਸੁਣਾਈ ਦੇ ਜਾਵੇ, ਕਿਤੇ ਕੋਇਲ ਦੀ ਆਵਾਜ਼ ਆ ਜਾਵੇ, ਕਿਤੇ ਚਿੜੀਆਂ ਸਾਨੂੰ ਚਹਿਕਦੀਆਂ ਮਿਲ ਜਾਣ, ਔਰ ਛਾਂ ਦੇ ਵਿੱਚ ਬੈਠੇ ਹਾਂ, ਹਰੇਵਾਈ ਸਾਡੇ ਨੇੜੇ ਤੇੜੇ ਆ, ਕੁਦਰਤ ਦੇ ਨੇੜੇ ਤੇੜੇ। ਅੱਜ ਦੇ ਸਾਹਿਤਕ ਤੰਦਾਂ ਦੇ ਸਫ਼ਰ ਦੇ ਵਿੱਚ ਮੈਂ ਮੇਰੇ ਬਹੁਤ ਅਜ਼ੀਜ਼ ਕਹਿ ਲਈਏ, ਸਾਡੇ ਵੱਡੇ ਭਾਈ ਸਾਹਿਬ ਕਹਿ ਲਈਏ, ਪੰਜਾਬੀ ਯੂਨੀਵਰਸਿਟੀ ਦੇ ਰੰਗਮੰਚ ਵਿਭਾਗ ਦੇ ਦੋ ਭਾ ਹੋਏ ਨੇ, ਇੱਕ ਬਲਰਾਮ ਭਾ, ਦੂਜੇ ਰਜੇਸ਼ ਸ਼ਰਮਾ ਜੀ। ਇਹ ਪਟਿਆਲੇ ਦੇ ਵਿੱਚ ਔਰ ਰੰਗਮੰਚ ਦੇ ਖੇਤਰ ਦੇ ਵਿੱਚ ਜਦੋਂ ਭਾਵਾਂ ਦਾ ਨਾਂ ਲਿਆ ਜਾਏਗਾ ਤਾਂ ਦੋ ਭਾ ਦਾ ਨਾਂ ਜ਼ਰੂਰ ਆਏਗਾ। ਅਤੇ ਅੱਜ ਮੇਰੇ ਨਾਲ ਕਿਤਾਬਾਂ ਵਰਗੇ ਲੋਕ, ਕਿਤਾਬ ਦੇ ਸ਼ਬਦਾਂ ਵਰਗੇ ਸੋਹਣੇ ਜਿਹੇ ਪਿਆਰੇ ਜਿਹੇ ਇਨਸਾਨ ਬਲਰਾਮ ਭਾ ਜੀ ਨੇ। ਬਹੁਤ ਜੀ ਆਇਆਂ, ਨਿੱਘਾ ਸਵਾਗਤ ਭਾਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਏ ਪ੍ਰਿੰਸ ਜੀ। ਕਿੱਦਾਂ ਭਾਜੀ, ਸਿਹਤਾਂ ਕਿਵੇਂ ਹੈ? ਇੱਕਦਮ ਆ ਜਿਹੜੇ ਹਾਸੇ ਆ ਨਾ ਤੁਹਾਨੂੰ, ਆ ਜਿਹੜੇ ਹਾਸੇ, ਇਹ ਹਾਸੇ ਅਗਲੇ ਜਿਹੜੇ 40-45 ਮਿੰਟ ਆਪਾਂ ਜਿਹੜੇ ਗੁਫ਼ਤਗੂ ਕਰਾਂਗੇ ਨਾ, ਇਹ ਹਾਸੇ, ਇੱਕ ਇਹ ਭਾਜੀ ਦਾ ਹਾਸਾ, ਦੂਜੇ ਮੇਰੇ ਉਸਤਾਦ ਦਾ ਹਾਸਾ, ਸੈਮੂਅਲ ਜੌਨ ਦਾ ਹਾਸਾ। ਕਈ ਵਾਰੀ ਤਾਂ ਇਹ ਹੁੰਦਾ ਕਿ ਅਣਜਾਣ ਅਸੀਂ ਕਿਸੇ ਜਗ੍ਹਾ ਤੇ ਗਏ ਹੋਈਏ ਤੇ ਆਪਸੀ ਜਦੋਂ ਕੋਈ ਗੱਲਬਾਤ ਗੁਫ਼ਤਗੂ ਕਰ ਰਹੇ ਹੁੰਦੇ ਆ, ਸਾਡਾ ਹਾਸਾ ਇਸ ਕਿਸਮ ਦਾ ਹੁੰਦਾ ਕਿ ਪਿੱਛੇ ਖੜੇ ਆਲੇ ਦੁਆਲੇ ਖੜੇ ਲੋਕ ਡਰ ਜਾਂਦੇ ਆ। ਸਾਡੇ ਹਾਸਿਆਂ ਤੋਂ ਵੀ ਲੋਕ ਡਰਦੇ ਆ। ਸਾਡੀ ਪਛਾਣ ਇਹ ਸੀ ਯੂਨੀਵਰਸਿਟੀ 'ਚ ਵੀ, ਉਹ ਜੋ ਖੁੱਲ ਕੇ ਹੱਸਦੇ ਨੇ, ਖੁੱਲ ਕੇ ਹੱਸਦੇ। ਭਾਜੀ ਮੈਂ ਚਲੋ ਸਵਾਲਾਂ ਤੇ ਬਾਅਦ ਚ ਆਉਣਾ, ਇਹ ਖੁੱਲ ਕੇ ਹੱਸਣਾ ਔਰ ਖੁੱਲ ਕੇ ਰੋਣਾ ਮਨੁੱਖੀ ਸੰਵੇਦਨਾ ਲਈ ਕਿੰਨਾ ਜ਼ਰੂਰੀ ਹੈ? ਇਹ ਤਾਂ ਬਹੁਤ ਹੀ ਜ਼ਰੂਰੀ ਹੈ ਜੀ। ਜੇ ਇਹ ਉਵੇਂ ਹੀ ਆ ਵੀ ਜੇ ਅਸੀਂ ਢੱਕਣ ਲਾਈ ਜਾਵਾਂਗੇ ਆਪਣੀਆਂ ਭਾਵਨਾਵਾਂ ਨੂੰ ਅੰਦਰ, ਉਹ ਕਦੇ ਜੰਮ ਜਾਂਦੀਆਂ, ਫਰੀਜ਼, ਫਿਰ ਨਾੜੀਆਂ ਜਾਮ ਹੋ ਜਾਂਦੀਆਂ, ਤੇ ਫਿਰ ਜਦੋਂ ਵਰਤਣ ਦੀ ਲੋੜ ਪੈਂਦੀ ਆ, ਰਫਲ ਕਦੀ ਵਰਤੀ ਨਹੀਂ ਚੱਲਦੀ ਨਹੀਂ, ਉਲਟੀ ਚੱਲ ਜਾਂਦੀ ਹੈ, ਆਪਣੇ ਤੇ ਵਾਰ ਕਰ ਦਿੰਦੀ, ਉਲਟੀ ਚੱਲ ਜਾਂਦੀ। ਉਹ ਚਾਹੇ ਹੱਸਣਾ ਹੋਵੇ ਚਾਹੇ ਮੈਂ ਤਾਂ ਕਹਿੰਦਾ ਰੋਣਾ ਵੀ ਸ਼ਾਇਦ ਖੁੱਲ ਬਹੁਤ ਜ਼ਿਆਦਾ ਜ਼ਰੂਰੀ ਆ। ਅਸੀਂ ਜਿਹੜੀ ਸਫਾਈ ਆ, ਪੂਰਾ ਜਿਹੜਾ ਅੰਦਰੋਂ ਜਿਹਨੂੰ ਕਹਿੰਦੇ ਨਾ, ਮਤਲਬ ਧੋਤਾ ਜਾਂਦਾ ਅੰਦਰੋਂ, ਮਤਲਬ ਐਨ ਸਫਾਈ ਧੁਲ ਜਾਣਾ ਜਿਹਨੂੰ ਕਹਿੰਦੇ ਆ ਨਾ। ਮੈਂ ਬੜਾ ਸੁਣਦਾ ਹੁੰਦਾ ਸੀ ਬਹੁਤ ਕਾਲਜ ਟਾਈਮ ਤੇ, ਕਹਿ ਲਓ ਬੁੱਲੇ ਦੀ ਕਹਿੰਦਾ ਕਿ ਮਤਲਬ ਰੱਬ ਉਹਨਾਂ ਨੂੰ ਮਿਲਦਾ ਵੀ ਨੀਤਾਂ ਜਿਹੜਾ ਦੀਆਂ ਸੋਚੀਆਂ ਵੀ ਨੀਤਾਂ ਨੂੰ ਸੁੱਚਾ ਕਰਨ ਦਾ ਤਰੀਕਾ ਕੀ ਹੈ। ਸਾਰਾ ਕੋਈ ਬਰਤਨ ਹੋਏਗਾ ਬਾਹਰ, ਉਹ ਕੋਈ ਵਸਤਰ ਹੈ, ਕੱਪੜਾ, ਤੇ ਮੈਂ ਧੋ ਲੂੰ ਜੀ, ਵੀ ਅੰਦਰੋਂ ਆਪਣੇ ਆਪ ਨੂੰ ਧੋਣਾ। ਇਹ ਬਹੁਤ ਹਾਲੇ ਵੀ ਪਤਾ ਨਹੀਂ ਪੂਰੀ ਤਰ੍ਹਾਂ ਸਮਝ ਆਇਆ ਜਾਂ ਨਹੀਂ ਆਇਆ, ਪਰ ਅੰਦਰੋਂ ਧੋਤੇ ਜਾਣਾ ਉਹ ਕੰਮ ਕਲਾਵਾਂ ਦਾ ਹੈ, ਸਾਹਿਤ ਦਾ ਹੈ, ਸਹੀ ਮਾਇਨਿਆਂ 'ਚ ਜਿਹਨੂੰ ਧਰਮ ਕਿਹਾ ਜਾ ਸਕਦਾ ਹੈ ਉਹਦਾ ਹੈ। ਸਹੀ ਮਾਇਨਿਆਂ 'ਚ ਅੱਜ ਕੱਲ੍ਹ ਇਹ ਸ਼ਬਦ ਨਾਲ ਜੋੜਨਾ ਪੈਂਦਾ ਹੈ, ਸਹੀ ਮਾਇਨੇ, ਹਨਾ, ਨਹੀਂ ਤਾਂ ਮਾਇਨੇ ਗਲਤ ਹੋ ਜਾਂਦੇ ਨੇ ਅੱਜ ਕੱਲ੍ਹ। ਕੋਈ ਪਤਾ ਨਹੀਂ ਕਿਹੜਾ ਫੇਸਬੁੱਕੀ ਵਿਦਵਾਨ ਆ ਕੇ ਤੁਹਾਡੀ ਗੱਲ ਨੂੰ ਆਪਣੇ ਮਾਇਨੇ 'ਚ ਲੈ ਲਵੇ, ਹਨਾ। ਬਿਲਕੁਲ ਬਿਲਕੁਲ, ਬਾਅਦ ਰੌਲੇ ਖੜੇ ਹੋ ਜਾਂਦੇ। ਕੁਝ ਹੋਰ ਹੀ ਭਾਵਨਾਵਾਂ ਅੱਜ ਕੱਲ੍ਹ ਸਾਡੀਆਂ ਬਹੁਤ ਨਾਜ਼ੁਕ ਹੋ ਗਈਆਂ, ਜਿਵੇਂ ਦੰਦਾਂ ਨੂੰ ਤੱਤਾ ਠੰਡਾ ਲੱਗਦਾ, ਉਹ ਬੜੀ ਜਲਦੀ ਭਟਕ ਜਾਂਦੀਆਂ ਨੇ, ਹਨਾ। ਅਸੀਂ ਇੰਨੇ ਕਮਜ਼ੋਰ ਹੋ ਗਏ ਹਾਂ, ਇੰਨੇ ਕਮਜ਼ੋਰ ਹੋ ਗਏ। ਪਹਿਲਾਂ ਤਾਂ ਅਸੀਂ
ਈਵਨ ਇੱਕ ਦੂਸਰੇ ਦੇ ਧਾਰਮਿਕ ਅਕੀਦਿਆਂ ਨੂੰ ਲੈ ਕੇ ਵੀ ਇੰਨੇ ਖੁੱਲ੍ਹ ਕੇ ਮਜ਼ਾਕ ਕਰ ਲਈਦੇ ਸੀ ਇੱਕ ਦੂਜੇ ਦੇ ਨਾਲ 20-25-30 ਸਾਲ ਪਹਿਲਾਂ। ਹੁਣ ਤਾਂ ਜ਼ੁਬਾਨ ਨੂੰ ਥੋੜਾ ਲਗਾਮ ਲਗਾਉਣਾ ਯਾਰ ਵੀ ਪਤਾ ਨਹੀਂ ਕਿਹੜੀ ਗੱਲ ਤੇ ਕਿਹਨੂੰ ਕਿਵੇਂ ਠੇਸ ਪਹੁੰਚ ਜਾਏ। ਹਾਲਾਂਕਿ ਕਿਹਾ ਜਾਂਦਾ ਇਹੀ ਆ ਕਿ ਖਾਸ ਤੌਰ ਦੇ ਤੇ ਬੜਾ ਪਰੰਪਰਾ ਸਾਡੇ ਯਹੂਦੀ ਉਹਨਾਂ ਦੇ ਹੈ ਕਿ ਜਿਹੜਾ ਆਪਣੇ ਆਪ ਦੇ ਉੱਤੇ ਜਿੰਨੀ ਜ਼ੋਰ ਨਾਲ ਹੱਸ ਸਕਦਾ ਉਹਨਾਂ ਰੱਬ ਦੇ ਨੇੜੇ। ਨਾ ਕੀ ਬਾਤ ਹੈ ਨਾ। ਹਾਂ ਜਿਵੇਂ ਉਹਨਾਂ ਨੇ ਖੁਸ਼ਵੰਤ ਸਿੰਘ ਨੇ ਵੀ ਲਿਖਿਆ, ਸ਼ਾਇਦ ਗੁਰਦਾਸ ਮਾਨ ਨੇ ਵੀ ਕਿਤੇ ਲਿਖਿਆ ਕਿ ਸਾਡੀ ਤਾਂ ਉਹ ਕੌਮ ਹੈ ਜਿਹੜੀ ਯੈਸ ਆਪਣੇ ਚੁਟਕਲੇ ਬਣਾਉਂਦੀ ਹੈ, ਆਪਣੇ ਤਾਂ ਜੁਮਲੇ ਅਸੀਂ ਚੁਟਕਲੇ ਬਣਾਉਂਦੇ ਹਾਂ। ਔਰ ਇਹ ਬਹੁਤ ਵੱਡੀ ਖੁੱਲ੍ਹ ਦਿਲੀ ਦਾ ਕੰਮ ਸੀਗਾ, ਹੈ ਨਾ। ਬਹੁਤ ਹਾਇਰ ਲੈਵਲ ਦੀ ਚੇਤਨਾ। ਮੈਨੂੰ ਪੰਜਾਬ ਤੇ ਯਾਦ ਆ ਰਿਹਾ ਕੁਦਰਤੀ ਦਿਨ ਵੀ ਉਹੀ ਚੱਲ ਰਹੇ ਹੋਏ ਨਾ ਕਿ ਮੈਨੂੰ ਪਤਾ ਨਹੀਂ ਕਿਵੇਂ, ਹੁਣ ਗੱਲ ਦਾ ਕੰਟੈਕਸਟ ਨਹੀਂ ਮੈਨੂੰ ਕਦੇ ਯਾਦ, ਪਰ ਕਿਵੇਂ ਸ਼ੁਰੂ ਹੋਈ ਉਹਦੇ ਨਾਲੋਂ ਵੱਧ ਗੱਲ ਕੀ ਸੀ। ਗੱਲ ਕੀ ਜੀ? ਉਹ ਗੱਲ ਹੋਈ ਸੀ ਸਿੱਖ ਧਰਮ ਬਾਰੇ ਔਰ ਸਿੱਖ ਲੋਕਾਂ ਬਾਰੇ ਲੈ ਕੇ। ਤੇ ਮੈਂ ਕਿਹਾ ਵੀ ਯਾਰ ਬਾਕੀ ਤਾਂ ਚਲੋ ਅਸੀਂ ਸਾਰੇ ਇੱਕੋ ਜਿਹੇ ਹੀ ਹੁੰਦੇ ਹਾਂ, ਪਰ ਮੈਨੂੰ ਯਾਦ ਆਉਂਦੇ ਵੀ ਉਹ ਸਿੱਖ ਸਾਡੇ ਕਿਸ ਤਰੀਕੇ ਦੇ ਰਹਿੰਦੇ ਹੋਣਗੇ, ਕਿੰਨੀ ਉਹਨਾਂ ਦੀ ਕਿਸ ਕਿਸਮ ਦੀ ਚੇਤਨਾ ਹੋਏਗੀ ਕਿ ਜਿਨ੍ਹਾਂ ਦੇ ਗੁਰੂ ਨੂੰ ਕਿਸੇ ਖਾਸ ਹਕੂਮਤ ਨੇ ਜਿਹੜਾ ਹੈਗਾ ਉਹ ਬਹੁਤ ਬੁਰੀ ਤਰੀਕੇ ਨਾਲ ਤਸੀਹੇ ਦੇ ਕੇ ਮਰਵਾ ਦਿੱਤਾ, ਸ਼ਹੀਦ ਕਰਵਾ ਦਿੱਤਾ। ਜੀ ਜੀ। ਤੇ ਉਹਦੇ ਜਵਾਬ ਦੇ ਵਿੱਚ ਆਪਣੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਹ ਆਉਂਦੇ ਜਾਂਦੇ ਰਾਹੀਆਂ ਨੂੰ ਠੰਡਾ ਪਾਣੀ ਪੀਂਦੇ। ਉਹੀ ਦਿਨ ਚੱਲ ਰਹੇ ਨੇ, ਮਤਲਬ ਇੱਕ ਉਹੀ ਦਿਨ ਚੱਲ ਕੈਸੀ ਪਰੰਪਰਾ ਸੀ ਸਾਡੀ, ਤੇ ਕਿੱਥੇ ਲਿਆ ਕੇ ਖੜੇ ਕਰਤੇ ਕਿ ਉਹ ਕੋਈ ਬੱਟੇ ਰੋੜੇ ਨਹੀਂ ਮਾਰਨ ਗਏ ਉਹਨਾਂ ਨੂੰ ਕਿ ਉਹਨਾਂ ਨੇ ਸਾਡੇ ਗੁਰੂ ਨਾਲ ਕੀਤਾ ਤੇ ਅਸੀਂ ਉਹਦਾ ਬਦਲਾ ਐ ਲਵਾਂਗੇ। ਉਹਨਾਂ ਦਾ ਜਿਹੜਾ ਪ੍ਰਤੀਕਰਮ ਹੈ, ਉਹਨਾਂ ਦੀ ਜਿਹੜਾ ਉਹਦਾ ਜਵਾਬ ਹੈ ਕਿ ਤੁਸੀਂ ਐ ਕੀਤਾ, ਜਿਵੇਂ ਫਰੀਦ ਸਾਹਿਬ ਕਹਿੰਦੇ ਵੀ ਜੋ ਤੋਂ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ ਘੁੰਮ, ਹੈ ਨਾ। ਤੇ ਗਾਂਧੀ ਤਾਂ ਬਹੁਤ ਬਾਅਦ ਚ ਆਏ ਨਾ। ਬੜੀ ਇੰਪੋਰਟੈਂਟ ਗੱਲ ਹੈ ਕਿ ਗਾਂਧੀ ਤਾਂ ਬਹੁਤ ਪਿੱਛੋਂ ਆਏ, ਗਾਂਧੀ ਤਾਂ ਬਹੁਤ ਬਾਅਦ ਚ ਆਏ। ਸਾਡੇ ਕੋਲ ਤਾਂ ਫਰੀਦ ਨੇ, ਸਾਡੇ ਕੋਲ ਗੁਰੂ ਅਰਜਨ ਦੀ ਉਹਨਾਂ ਦੀ ਪਰੰਪਰਾ ਦੇ ਲੋਕ ਨੇ ਜਿਹੜੇ ਆਪਣੇ ਗੁਰੂ ਦੇ ਮਰਨ ਦੇ, ਉਹਦੇ ਸ਼ਹੀਦ ਕਰਵਾਉਣ ਦੇ, ਉਹਨੂੰ ਤਸੀਹੇ ਦੇਣ ਦਾ ਜਵਾਬ ਵੀ ਛਬੀਲਾਂ ਦੇ ਰਾਹੀਂ। ਛਬੀਲਾਂ ਨਹੀਂ, ਉਸ ਛਬੀਲ ਦੇ ਵਿੱਚ ਉਹਨਾਂ ਕਿਸੇ ਤੇ ਪਾਬੰਦੀ ਨਹੀਂ ਹੈ ਕਿ ਫਲਾਂ ਧਰਮ ਦਾ ਬੰਦਾ ਆਏਗਾ, ਫਲਾਂ ਦਾ ਨਹੀਂ ਆਏਗਾ, ਫਲਾਂ ਜਾਤ ਦਾ ਆਏਗਾ, ਕੋਈ। ਕਿੱਡੀ ਅਮੀਰ ਵਿਰਾਸਤ, ਖੁੱਲਾ ਆਕਾਸ਼ ਵਰਗਾ, ਹੈ ਨਾ, ਕਿੱਡਾ ਖੁੱਲਾ ਆਕਾਸ਼ ਵਰਗਾ ਮਨ ਹੈ, ਕਿੱਡੀ ਚੇਤਨਾ ਹੈ। ਬਹੁਤ ਸ਼ੁਰੂਆਤ ਦੇ ਵਿੱਚ ਹੀ ਬੜੀਆਂ ਖੂਬਸੂਰਤ ਜਿਹੀਆਂ ਗੱਲਾਂ ਸ਼ੁਰੂ ਹੋ ਗਈਆਂ, ਹੁਣੇ ਚੱਲਦੇ ਰਹਿਣਗੇ। ਭਾਜੀ ਇੱਕ ਰਵਾਇਤੀ ਸਵਾਲ ਹੈ, ਪਰ ਹੋਰ ਜਿਹੜੇ ਐਂਕਰ ਹੁੰਦੇ ਨੇ ਇਹਨੂੰ ਹੋਰ ਤਰੀਕੇ ਨਾਲ ਪੁੱਛਦੇ ਆ, ਪਰ ਮੇਰਾ ਇਹ ਪੁੱਛਣ ਦਾ ਮਕਸਦ ਇਸ ਕਰਕੇ ਹੁੰਦਾ ਕਿ ਮੈਂ ਇਹ ਜਾਣਨਾ ਚਾਹੁੰਦਾ ਹੁੰਦਾ ਕਿ ਜਦੋਂ ਬੰਦਾ ਜੋ ਵੀ ਬਣਦਾ ਬੰਦਾ ਉਹ ਉਸ ਦੀ ਬਲੱਡ ਲਾਈਨ ਦੇ ਵਿੱਚੋਂ ਆਉਂਦਾ ਜਾਂ ਕਈ ਵਾਰੀ ਪਰੰਪਰਾਵਾਂ ਨੂੰ ਤੋੜ ਕੇ ਵੀ ਬੰਦਾ ਬਣਦਾ। ਕਹਿਣ ਦਾ ਭਾਵ ਕਿ ਹਰ ਬੰਦੇ ਦੀ ਇੱਕ ਜੜ ਹੁੰਦੀ ਹੈ, ਇੱਕ ਪਿੱਛਾ ਹੁੰਦਾ, ਇੱਕ ਪਿਛੋਕੜ ਹੁੰਦਾ। ਮੈਨੂੰ ਇਹ ਤਾਂ ਪਤਾ ਕਿ ਤੁਸੀਂ ਕਪੂਰਥਲੇ ਨੂੰ ਬਿਲੋਂਗ ਕਰਦੇ ਹੋ, ਤੁਹਾਡੇ ਮਾਤਾ ਪਿਤਾ ਔਰ ਪਰਿਵਾਰਕ ਪਿਛੋਕੜ ਦੀ ਸਾਂਝ। ਉਸ ਤੋਂ ਬਾਅਦ ਫਿਰ ਆਪਾਂ ਸਾਹਿਤ ਸਿਰਜਣਾ ਜਾਂ ਸਾਡੀ ਆਰਟ ਦੇ ਉੱਤੇ ਫਿਰ ਆਵਾਂਗੇ। ਹਾਂ, ਕਪੂਰਥਲੇ ਦਾ ਤਾਂ ਤੁਸੀਂ ਮੈਨੂੰ ਦੱਸਿਆ, ਹਾਂਜੀ, ਪੰਡਤਾਂ ਦੇ ਘਰ 'ਚ ਪੈਦਾ ਹੋਇਆ ਏ ਤੇ ਬੜਾ ਇੱਕ ਥੋੜਾ ਜਿਹਾ ਕੀ ਕਹਾਂਗੇ ਉਹਨੂੰ, ਕੱਸਿਆ ਹੋਇਆ ਮਾਹੌਲ ਹੈ। ਤੇ ਬਚਪਨ ਦੇ ਵਿੱਚ ਹੀ ਫਿਰ ਕੁਝ ਧਾਰਮਿਕ ਕਿਤਾਬਾਂ, ਮੇਰੇ ਪਿਤਾ ਜੀ ਜਿਹੜੇ ਸੀਗੇ ਉਹ ਬੈਂਕ ਦੇ ਵਿੱਚ ਵੀ ਜੌਬ ਕਰਦੇ ਸੀ ਤੇ ਨਾਲ ਇੱਕ ਮੰਦਿਰ ਦੇ ਪੁਜਾਰੀ ਸੀ। ਬੜਾ ਇੰਟਰਸਟਿੰਗ ਗੱਲ ਹੈ। ਪਿਛਲੇ ਦਿਨਾਂ ਦੇ ਵਿੱਚ ਮੈਂ ਸੋਚਿਆ ਸੀ, ਮੇਰੀ ਮਾਤਾ ਨੇ, ਹੁਣ ਮੈਂ ਜਿਹੜਾ ਨਾਟਕ ਲਿਖਿਆ ਉਹਦੇ ਤਾਂ ਡਾਇਲੌਗਸ ਹੀ ਕਈ ਤੇ ਸਿੱਧੇ ਤੇ ਸਿੱਧੇ ਮਾਤਾ ਤੋਂ ਆਏ ਹੋਏ, ਆਪਾਂ ਕਰਾਂਗੇ ਗੱਲ ਉਹਦੀ। ਤੇ ਉਹ ਜਿਸ ਮੰਦਿਰ ਦੇ ਵਿੱਚ ਸੀ ਉਸ ਦਾ ਨਾਂ ਸੀ ਮੁਲਤਾਨੀ ਮੰਦਿਰ। ਮੁਲਤਾਨੀ ਮੰਦਿਰ ਬੜੀ ਇੰਟਰਸਟਿੰਗ ਗੱਲ ਆ ਕਿ ਕਿਵੇਂ ਮੇਰੇ ਲਈ ਇਹ ਚੀਜ਼ਾਂ ਸਕੂਲ ਬਣੀਆਂ। ਉਹ ਉਹਨਾਂ ਲੋਕਾਂ ਦਾ ਮਹੱਲਾ ਸੀ, ਉਹਦਾ ਨਾਂ ਹੀ ਮੁਲਤਾਨੀ ਮਹੱਲਾ ਕਹਿੰਦੇ ਸੀ, ਕਿ ਜਿਹੜੇ ਲੋਕ 47 ਤੋਂ ਉੱਜੜ ਕੇ ਆ ਕੇ ਬਹਾਵਲਪੁਰ ਦੇ ਉਹ ਹੁੰਦੀ ਰਿਆਸਤ ਸੀ, ਰਾਵਲਪਿੰਡੀ ਤੋਂ ਇੱਧਰੋਂ ਜਿਹੜਾ ਹੈ ਉੱਥੋਂ ਉੱਜੜ ਕੇ ਆ ਕੇ ਕਈ ਜਗ੍ਹਾ ਪੰਜਾਬ 'ਚ ਵਸੇ, ਪੰਜਾਬ ਤੋਂ ਬਾਹਰ ਵੀ ਵਸੇ, ਮੁਰਾਦਾਬਾਦ ਇੱਧਰ ਉੱਧਰ ਆਪਣੇ ਰਾਜਪੁਰੇ ਵੀ। ਤੇ ਕਪੂਰਥਲੇ ਦੇ ਵਿੱਚ ਉਹ ਸ਼ਹਿਰ ਦਾ ਬਾਹਰਲਾ ਹਿੱਸਾ ਸੀਗਾ। ਉਸ ਤੋਂ ਬਾਅਦ ਪਿੰਡ ਸ਼ੁਰੂ ਹੋ ਜਾਂਦੇ ਸੀ ਤੇ ਉਹ ਜਿਸ ਮਹੱਲੇ 'ਚ ਖਾਲੀ ਥਾਂ ਉਹਨਾਂ ਨੂੰ ਜਿੱਥੇ ਕਿਤੇ ਮਿਲੀ ਉੱਥੇ ਬੈਠ ਕੇ ਉਹਦਾ ਨਾਮ ਆ ਗਿਆ ਮੁਲਤਾਨੀ ਮਹੱਲਾ ਜੀ, ਹੈ ਜੀ। ਤੇ ਉਹਨਾਂ ਨੇ ਮੰਦਿਰ ਬਣਾਇਆ, ਹਿੰਦੂ ਸੀਗੇ,
ਉੱਥੇ ਉਹਦਾ ਨਾਮ ਹੈਗਾ ਮਲਤਾਨੀ ਮੰਦਿਰ ਸੀ ਤੇ ਉੱਥੇ ਮੇਰੇ ਪਿਤਾ ਜੀ ਸੀ ਤੇ ਮੈਂ ਉਹਨਾਂ ਲੋਕਾਂ ਨੂੰ ਦੇਖਦਾ, ਉਹਨਾਂ ਦੀ ਭਾਸ਼ਾ ਵੀ ਕਿਉਂਕਿ ਬਹਾਵਲਪੁਰ ਦੀ ਬਹਾਵਲਪੁਰੀ ਹਾਂ ਉਹਨਾਂ ਦੀ ਸੀ, ਪਰ ਉਹ ਸਾਰੀ ਦਰਦ ਜਿਹੜਾ ਪਾਰਟੀਸ਼ਨ ਦਾ ਉਸ ਨੂੰ ਮੈਂ ਆਪਣੇ ਬਚਪਨ ਤੋਂ ਚੇਤਨ ਤੌਰ ਤੇ ਕਿਉਂਕਿ ਛੋਟੀ ਛੋਟੀਆਂ ਦੁਕਾਨਾਂ ਵਿਚਾਰਿਆਂ ਨੇ ਆ ਕੇ ਖੋਲੀਆਂ, ਆਲੇ ਦੁਆਲੇ ਪਿੰਡਾਂ ਦੇ ਵਿੱਚ ਜਾ ਕੇ ਦੁਕਾਨਾਂ ਖੋਲੀਆਂ, ਰਮੀਦੀ ਫਲਾਨਾ ਦਬੁਰਜੀ ਇਹ ਉਹ ਪਿੰਡਾਂ 'ਚ ਚਲੇ ਗਏ। ਫਿਰ ਉਹਨਾਂ ਦਾ ਦੇਖੋ ਦੁਕਾਨ ਤੇ ਕੀ ਵਾਪਰਿਆ, ਕਿਵੇਂ ਤੁਹਾਡੀ ਸਕੂਲਿੰਗ ਹੁੰਦੀ ਆ ਕਿ 30 ਸਾਲ ਪਹਿਲਾਂ ਮੰਨ ਲਓ ਤੁਸੀਂ ਉਜੜ ਕੇ ਆਏ ਆ, 25-30 ਸਾਲ ਥੋੜਾ ਸੈੱਟ ਹੁੰਦਿਆਂ ਨੂੰ ਲੱਗੇ ਤੇ ਫਿਰ ਪੰਜਾਬ ਦਾ ਦੁਕਾਨ ਸ਼ੁਰੂ ਹੋ ਗਿਆ ਹੈ ਜੀ। ਤੇ ਉਹਨਾਂ ਦੀਆਂ ਪਿੰਡਾਂ ਚੋਂ ਵੀ ਉੱਥੋਂ ਵੀ ਉਜਾੜੇ ਸ਼ੁਰੂ ਹੋ ਗਏ ਉਹਨਾਂ ਦੇ, ਜਾਂ ਡਰ ਦੇ ਉੱਤੇ ਭੈ ਉਹਨਾਂ ਤੇ। ਬਿਲਕੁਲ ਬਕਾਇਦਾ ਮਤਲਬ ਜਿਹੜੀਆਂ ਉਗਰਾਈਆਂ ਨਹੀਂ ਹੋ ਰਹੀਆਂ, ਲੋਕ ਘਰਾਂ ਦੇ ਵਿੱਚ ਬੈਠੇ ਨੇ। ਮੈਂ ਦੇਖਿਆ ਉਹ ਮਤਲਬ ਉਦੋਂ ਤੱਕ ਕਾਲਜ ਦੇ ਵਿੱਚ ਵੀ ਪਹੁੰਚ ਗਿਆ ਸੀਗਾ ਤੇ ਇਹ ਪੂਰੀ ਫਿਰ ਮੇਰੀ ਜਿਹੜਾ ਹੈ ਨਾ ਇੱਕ ਐਜੂਕੇਸ਼ਨ ਮੈਂ ਦੇਖਿਆ ਵੀ ਕਿਵੇਂ ਜਿਹੜੀ ਫਿਰਕੂ ਰੰਗਤ ਆ ਉਹ ਕਿਵੇਂ ਆਮ ਲੋਕਾਂ ਦੀ ਜ਼ਿੰਦਗੀ ਦੀ ਇੱਕ ਪੀੜ੍ਹੀ ਦੀ ਨਹੀਂ ਗਾਂ ਕਈ ਪੀੜ੍ਹੀਆਂ ਤੱਕ ਜਿਹੜਾ ਹੈ ਉਸ ਦੁਖਾਂਤ ਦਾ, ਉਸ ਦਰਦ ਦਾ ਜਿਹੜਾ ਹੈ ਉਹ ਮੈਂ ਦੇਖਿਆ। ਫਿਰ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਜਦੋਂ ਕਾਲਜ ਗਏ ਬਹੁਤ ਕੁਛ ਹੋਇਆ, ਆਪਾਂ ਗੱਲ ਵੀ ਕਰ ਸਕਦੇ ਹਾਂ ਉਹਦੇ ਬਾਰੇ, ਕਰਾਂਗੇ ਆਪਾਂ ਬਕਾਇਦਾ ਗੱਲ ਕਰਾਂਗੇ। ਪਰ ਸੋਹਣੇ ਜਿਹੇ ਮੋੜ ਤੇ ਆ ਗਏ ਅਸੀਂ। ਦੇਖੋ ਇਹ ਧਰਤੀ ਜਿਹੜੀ ਪੰਜਾਬ ਦੀ ਹੈ ਨਾ, ਮੈਂ ਹਮੇਸ਼ਾ ਅਕਸਰ ਇੱਕ ਗੱਲ ਕਹਿਣਾ ਹੁੰਦਾ ਕਿ 47 ਦੇ ਵਿੱਚ ਵੰਡਿਆ ਪੰਜਾਬ ਗਿਆ ਸੀ, ਭਾਰਤ ਭੂਰਤ ਦੀ ਕੋਈ ਵੰਡ ਨਹੀਂ ਹੋਈ ਹੈਗੀ। ਮਤਲਬ ਬਾਰਡਰ ਤਾਂ ਉਹ ਗੁਜਰਾਤ ਦੇ ਨਾਲ, ਬੰਗਾਲ ਲੈ ਲਓ, ਬੰਗਾਲ ਤੇ ਪੰਜਾਬ, ਇਹ ਸਾਡੇ ਦੋ ਹਿੱਸੇ। ਔਰ ਇੱਕ ਹੋਰ ਬੜੀ ਖੂਬਸੂਰਤ ਗੱਲ ਕਿ ਇਹ ਦੋਵੇਂ ਉਹ ਸੂਬੇ ਨੇ ਜਿਹੜੇ ਸੂਬਿਆਂ ਨੇ ਬ੍ਰਿਟਿਸ਼ ਰਾਜ ਦੇ ਖਿਲਾਫ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਉਹ ਚਾਹੇ ਪੰਜਾਬ ਹੋਵੇ ਚਾਹੇ ਬੰਗਾਲੀ ਜ਼ੋਨ। ਇੱਕ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਦੇ ਅਗਲੇਰੇ ਪਾਰ ਬਲਰਾਮ ਭਾ ਦੇ ਕਾਲਜ ਤੋਂ ਲੈ ਕੇ ਫਿਰ ਅਗਲੇ ਸਫ਼ਰ ਤੱਕ, ਅੱਜ ਤੱਕ ਦੇ ਜਿਹੜੇ ਸਫ਼ਰ ਦੀ ਬਾਤ ਪਾਵਾਂਗੇ। ਥੋੜਾ ਜਿਹਾ ਰੁਕ ਲੈਂਦੇ ਹਾਂ, ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਦੇ ਇਸ ਪਾਰ ਤੁਹਾਡਾ ਫਿਰ ਤੋਂ ਸਵਾਗਤ ਹੈ। ਬੜੀਆਂ ਸੋਹਣੀਆਂ ਜਿਹੀਆਂ ਗੱਲਾਂ ਚੱਲ ਰਹੀਆਂ। ਸੱਚ ਮੈਂ ਤੁਹਾਨੂੰ ਇਹ ਤਾਂ ਦੱਸਣਾ ਭੁੱਲ ਗਿਆ ਕਿ ਬਲਰਾਮ ਭਾ ਕਿਸ ਵਿਧਾ ਦੇ ਨਾਲ ਸੰਬੰਧਿਤ ਨੇ। ਹਾਲਾਂਕਿ ਮੈਂ ਸ਼ੁਰੂਆਤ ਦੇ ਵਿੱਚ ਦੱਸ ਦਿੰਦਾ ਹੁੰਦਾ, ਭਾਜੀ ਉਹ ਦੱਸ ਦੇਣਗੇ, ਤੁਹਾਨੂੰ ਗੱਲਾਂ ਤੋਂ ਪਤਾ ਲੱਗ ਜਾਊਗਾ। ਭਾ ਮੁੜ ਤੋਂ ਸਵਾਗਤ ਹੈ ਜੀ ਤੁਹਾਡਾ। ਕਾਲਜ ਦੇ ਦਿਨਾਂ ਦੀ ਬਾਤ ਤੇ ਪਾਉਂਦੇ ਕਿਉਂਕਿ ਉਦੋਂ ਆਪਾਂ ਚੇਤਨ ਹੋ ਰਹੇ ਹੁੰਦੇ ਆ, ਬੜਾ ਕੁਝ ਵਾਪਰ ਰਿਹਾ ਹੁੰਦਾ। ਯੂਨੀਵਰਸਲ ਗਿਆਨ ਦੇ ਵਾਸਤੇ ਯੂਨੀਵਰਸਿਟੀ ਆਉਣਾ ਪੈਂਦਾ, ਪਰ ਕਹਿੰਦੇ ਉਹ ਨੋ ਨੌਲੇਜ ਵਿਦਆਊਟ ਕਾਲਜ ਹੈ ਨਾ, ਇਹ ਵੀ ਅੰਗਰੇਜ਼ੀ ਦੇ ਵਿੱਚ ਕਿਹਾ ਹੋਇਆ ਕਥਨ। ਕਿਵੇਂ ਫਿਰ ਉਸ ਦੁਖਾਂਤਕ ਸਫ਼ਰ ਦੇ ਵਿੱਚੋਂ ਚੇਤਨਾ ਵੀ ਆਉਣੀ ਸ਼ੁਰੂ ਹੋ ਗਈ, ਕਾਲਜ ਵੀ ਆ ਗਏ ਹੋ ਤੁਸੀਂ, ਉੱਥੋਂ ਆਪਾਂ ਸ਼ੁਰੂ ਕਰ ਸਕਦੇ ਹਾਂ। ਹਾਂ, ਕਈ ਕੁਛ ਸੀਗਾ ਜਿਵੇਂ ਮੈਂ ਦੱਸਿਆ ਕਿ ਉਹ ਸਾਰਾ ਮਾਹੌਲ, ਉਹ ਮੰਦਰ ਤੇ ਉਹ ਸਾਰਾ ਮੇਰਾ ਆਣਾ ਜਾਣਾ ਤੇ ਪੂਰੀ ਹਿਸਟਰੀ ਦੇ ਵਿੱਚ ਜਿਵੇਂ ਮੈਂ ਇੱਕ ਸਿਚੁਏਟ ਹੋਇਆ ਹੈ ਨਾ। ਮੇਰੇ ਮਦਰ ਜਿਹੜੇ ਸੀਗੇ ਉਹ ਮੁਕਾਬਲਤਨ ਕਾਫੀ ਲਿਬਰਲ ਸੀ, ਮੇਰੇ ਜੋ ਪਿਤਾ ਜੀ ਸੀਗੇ ਉਹਨਾਂ ਦੇ ਨਾਲੋਂ। ਤੇ ਉਹਨਾਂ ਕੋਲੋਂ ਬੜੀਆਂ ਕਹਾਣੀਆਂ ਫਿਰ ਅਸੀਂ ਜਿਹੜੀਆਂ ਫਰੀडम ਮੂਵਮੈਂਟ ਦੇ ਕਰੈਕਟਰਸ ਨੂੰ ਲੈ ਕੇ ਵੀ, ਤੇ ਉਹ ਸਾਰੀਆਂ ਗਾਂਧੀ, ਨਹਿਰੂ ਤੇ ਭਗਤ ਸਿੰਘ ਤੇ ਸੱਚੀਆਂ ਝੂਠੀਆਂ ਵੀ ਤੇ ਸਾਰੀਆਂ ਕਹਾਣੀਆਂ ਜਿਹੜੀਆਂ ਨੇ, ਜਿਹੜੀਆਂ ਕਥਾਵਾਂ ਬਣ ਜਾਂਦੀਆਂ ਹੈ ਨਾ, ਤੇ ਉਹ ਫਿਰ ਤੁਹਾਡੇ ਨਾਲ ਟਰੈਵਲ ਕਰਦੀਆਂ ਨੇ, ਸਫ਼ਰ ਉਹਨਾਂ ਦਾ ਚੱਲਦਾ ਹੈ ਨਾ, ਅਸਰ ਵੀ ਕਰਦੀਆਂ ਨੇ। ਬਿਲਕੁਲ ਅਸਰ ਕਰਦੀਆਂ ਨੇ। ਮਤਲਬ ਇਤਿਹਾਸ ਤਾਂ ਤੁਸੀਂ ਜਦੋਂ ਬਾਅਦ ਚ ਪੜ੍ਹੋਗੇ ਸੁਣੋਗੇ ਪਤਾ ਲੱਗੂਗਾ ਵੀ ਨਹੀਂ ਆਹ ਗੱਲ ਐ ਨਹੀਂ ਸੀ, ਐ ਸੀ, ਪਰ ਉਹ ਕਹਾਣੀਆਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਫ਼ਰ ਕਰਦੀਆਂ ਨੇ ਔਰ ਬਹੁਤ ਛੋਪਲੇ ਜਿਹੜੇ ਉਹਨਾਂ ਦਾ ਆਪਣਾ ਇੰਪੈਕਟ ਜਿਹੜਾ ਹੈ ਤੁਹਾਡੇ ਮਨ ਦੀ ਧਰਾਤਲ ਦੇ ਉੱਤੇ ਉਹਦੀਆਂ ਛਾਪਾਂ ਜਿਹੜੀਆਂ ਨੇ ਉਹ ਛਪਦੀਆਂ ਜਾਂਦੀਆਂ ਜੀ। ਹਾਂਜੀ, ਕਾਲਜ ਪਹੁੰਚੇ ਮੈਂ 81 ਦੇ ਵਿੱਚ ਕਾਲਜ ਗਿਆ ਤੇ ਉਦੋਂ ਤੱਕ ਪੰਜਾਬ ਦੇ ਵਿੱਚ ਕਾਫੀ ਫਿਜ਼ਾ ਜਿਹੜੀ ਹੈ ਵਿਗੜ ਚੁੱਕੀ ਸੀ, ਬਦਲਣੀ ਕਾਫੀ। ਫਿਰ 84 ਤੱਕ ਮੈਂ ਰਿਹਾ ਤੇ 84 ਜਦੋਂ ਮੈਂ BA ਪੂਰੀ ਕੀਤੀ ਉਦੋਂ ਤਾਂ ਫਿਰ ਪੂਰਾ ਸਾਲ ਹੀ ਜਿਹੜਾ ਹੈ ਐਸੀਆਂ ਘਟਨਾਵਾਂ ਦਾ ਦੌਰ ਹੈ ਜੀ। ਟੈਰਰਿਜ਼ਮ ਪੀਕ ਤੇ ਸੀ, ਫਿਰ ਉਹ ਆਪਰੇਸ਼ਨ ਹੋ ਗਿਆ 84 ਉਹ ਹੋ ਗਿਆ। ਫਿਰ ਉਸ ਤੋਂ ਬਾਅਦ ਭੋਪਾਲ ਚ ਹਾਦਸਾ ਹੋ ਗਿਆ, ਗੈਸ ਵਾਲਾ ਹੋ ਗਿਆ, ਫਿਰ ਇੰਦਰਾ ਗਾਂਧੀ ਦਾ ਕਤਲ ਹੋ ਗਿਆ, ਦਿੱਲੀ ਦੇ ਦੰਗੇ ਹੋ ਗਏ। ਮਤਲਬ ਉਹ ਪੂਰਾ ਸਾਲ ਜਿਹੜਾ ਹੈ ਉਦੋਂ ਤੱਕ ਕੁਛ
ਇੱਕ ਸਾਡੇ ਪ੍ਰੋਫੈਸਰ ਸਾਹਿਬ ਸਨ, ਪ੍ਰੋਫੈਸਰ ਪ੍ਰਿਤਪਾਲ ਸਿੰਘ ਸੀ, ਉਹ ਇਕਨੋਮਿਕਸ ਪੜ੍ਹਾਉਂਦੇ ਸੀ ਸਾਨੂੰ। ਅੱਛਾ, ਤੁਸੀਂ ਇਕਨੋਮਿਕਸ ਦੇ ਵਿਦਿਆਰਥੀ ਵੀਰੇ ਹੋ? ਜਾਂ ਇਕਨੋਮਿਕਸ ਦਾ ਵਿਦਿਆਰਥੀ ਹਾਂ। ਕਿੱਥੇ ਤੁਸੀਂ ਪੈਸੇ ਧੇਲੇ ਵਾਲੇ ਹੋ? ਉਹਦਾ ਹੈ ਨਹੀਂ ਤੁਸੀਂ। ਹਾਂ, ਨਹੀਂ ਇਕਨੋਮਿਕਸ ਔਰ ਹਿਸਟਰੀ ਇਹ ਮੇਰੇ ਸਬਜੈਕਟ ਸੀਗੇ। ਹਾਂਜੀ, ਤੇ ਧਰਮ ਦਾ ਖਾਸ ਤੌਰ ਤੇ ਜਿਹੜਾ ਹਿੰਦੂ ਧਰਮ ਦਾ ਲਿਟਰੇਚਰ ਹੈ, ਮੈਂ ਬਹੁਤ ਛੋਟੇ ਹੁੰਦੇ ਤੋਂ ਬਚਪਨ 'ਚ ਘਰ ਦੇ ਵਿੱਚੋਂ ਹੀ ਮਤਲਬ ਸ਼ਾਇਦ ਦੂਸਰੀ ਤੀਸਰੀ 'ਚ ਹੀ ਪੜ੍ਹਦਾ ਹੋਊਂਗਾ ਜਦੋਂ ਮੈਂ ਰਮਾਇਣ ਤੇ ਭਾਗਵਤ ਪੁਰਾਣ, ਹਾਂਜੀ, ਇਹ ਸਾਰੀਆਂ ਜਿਹੜੀਆਂ ਮੋਟਾ ਮੋਟਾ ਜਿਹੜਾ ਸੀਗਾ ਹਨਾ, ਸ਼ਿਵ ਪੁਰਾਣ ਤੇ ਅਗਨੀ ਪੁਰਾਣ ਪੁਰਾਣਾ ਇਹ ਉਹ ਕਿੰਨਾ ਕੁ ਸਮਝ ਆਉਂਦਾ, ਕਿੰਨਾ ਉਹ ਬਾਅਦ ਦੀਆਂ ਗੱਲਾਂ, ਲੇਕਿਨ ਉਹ ਬਚਪਨ ਦੇ ਵਿੱਚ ਮੈਂ ਉਹਦੇ ਤੋਂ ਗੋ ਥਰੂ ਹੋ ਗਿਆ ਸੀਗਾ। BA ਲੈਵਲ ਤੱਕ ਆਂਦੇ ਹਿਸਟਰੀ ਔਰ ਇਕਨੋਮਿਕਸ ਮੇਰੇ ਫਿਰ ਉਹ ਸਬਜੈਕਟ ਹੋ ਗਏ। ਫਿਰ ਉਹ ਪ੍ਰੋਫੈਸਰ ਸਾਹਿਬ ਜਿਹੜੇ ਇਕਨੋਮਿਕਸ ਸੀ, ਉਹਨਾਂ ਨੇ ਫਿਰ ਜੋ ਕਿਤਾਬਾਂ ਦੇ ਨਾਲ ਇੰਟਰੋਡਕਸ਼ਨ ਸਾਰੀ ਹੋਈ ਤੇ ਉਹ ਪੂਰੀ ਜੀਵਨ ਦੀ ਫਿਰ ਦਿਸ਼ਾ ਜਿਹੜੀ ਹੈ ਬਦਲ ਗਈ। ਹਾਂ, ਉਹ ਫਿਰ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਕਾਲਜ ਦੇ ਵਿੱਚ ਹੀ। ਅਬ ਉੱਥੇ ਹਰਿਤ ਭਾਜੀ ਥੀਏਟਰ ਨਾਲ ਵਾਸਤਾ ਤੁਸੀਂ ਕਦੋਂ ਹੋ? ਉਹ ਯੂਥ ਫੈਸਟੀਵਲ। ਓਕੇ, ਯੂਥ ਫੈਸਟੀਵਲ ਦੇ ਵਿੱਚ ਮੇਰਾ ਖਿਆਲ BA ਸੈਕੰਡ ਈਅਰ 'ਚ ਪਹਿਲੀ ਵਾਰੀ ਦਿਲਬਾਗ ਦਾ ਇਹ ਆਪਣਾ ਪਰਮਜੀਤ ਮਈ ਮੇਰੇ ਖਿਆਲ 'ਚ ਬੰਬੇ ਹੈ ਜਾਂ ਬੰਬੇ ਤੋਂ ਹੁਣ ਵਾਪਸ ਆ ਗਏ ਹੈ ਜੀ। ਇਹ ਮਤਲਬ ਸੀਗੇ ਤੇ ਹਰਵਿੰਦਰ ਬਬਲੀ NSD ਤੋਂ ਚਲੇ ਗਈ ਬਾਅਦ ਵਿੱਚ, ਤੇ ਅਸੀਂ ਯੂਥ ਫੈਸਟੀਵਲ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਤੇ ਉਹਨਾਂ ਦਿਨਾਂ ਦੇ ਵਿੱਚ ਫਿਰ ਮੈਂ ਥੋੜਾ ਜਿਹਾ ਪੋਲੀਟੀਕਲੀ ਸਰਗਰਮ ਵੀ ਹੋ ਗਿਆ ਤੇ ਪੀਸ ਮੂਵਮੈਂਟ ਤੇ ਹੋਰ ਸਾਰੀਆਂ ਚੀਜ਼ਾਂ ਦੇ ਨਾਲ ਜੁੜਨਾ ਸ਼ੁਰੂ ਹੋ ਗਿਆ ਤੇ ਲਿਖਣਾ ਵੀ ਸ਼ੁਰੂ ਕਰ ਦਿੱਤਾ। ਇਹ ਕਿਵੇਂ ਭਾਜੀ ਲਿਖਣ ਦੀ ਚੇਟਕ ਜਿਹੜੀ ਹੈ ਇਹ ਕਿਵੇਂ ਆਉਂਦੀ ਹੈ ਅੰਦਰ, ਮਤਲਬ ਕਿਉਂਕਿ ਸਾਡੇ ਵਰਗਿਆਂ ਤੋਂ ਲਿਖਿਆ ਨਹੀਂ ਜਾਂਦਾ। ਬੜੇ ਬਣਾਏ ਨਾਟਕ ਮਿਲਦੇ ਨਹੀਂ ਸੀ, ਜਦੋਂ ਲੱਗਦਾ ਸੀਗਾ ਵੀ ਮੈਂ ਮੇਰਾ ਕੱਲ BA 84 'ਚ BA ਕੀਤੀ। ਉਸ ਤੋਂ ਬਾਅਦ 1 ਜਾਂ 2 ਸਾਲ ਬਾਅਦ ਮਤਲਬ ਮੈਂ ਚਾਹੁੰਦਾ ਸੀਗਾ, ਮੇਰੇ ਦਿਮਾਗ 'ਚ ਸੀਗਾ ਇਹ ਇੱਕ ਆਈਡੀਆ ਕਿ ਜਿਹੜਾ ਵਰਲਡ ਵਾਰ ਸੈਕੰਡ ਨਾਲ ਜੁੜਿਆ ਸੀ ਕਿ ਹਿਟਲਰ ਮਰ ਗਿਆ। ਮਤਲਬ ਮੈਨੂੰ ਲੱਗਦਾ ਸੀ ਵੀ ਇਹ ਇਲੂਜ਼ਨ ਹੈ ਐਕਚੁਅਲੀ, ਜਿੰਨੀ ਦੇਰ ਤੱਕ ਤੁਹਾਡੇ ਅੰਦਰਲੀ ਹੇਟ ਔਰ ਵਾਰ ਅੰਦਰੋਂ ਮਰਦੀ ਨਹੀਂ ਹੈ ਤੇ ਕਿਸੇ ਇੱਕ ਕਰੈਕਟਰ ਦੇ ਮਰਨ ਨਾਲ ਜਾਂ ਨਾਲ ਉਹਦੇ ਨਾਲ ਸ਼ਾਂਤੀ ਨਹੀਂ ਹੋਣੀ। ਫਿਰ ਮੈਂ ਨਾਟਕ ਲਿਖਿਆ ਉਹਨਾਂ ਦਿਨਾਂ 'ਚ, ਚਰਨ ਹੋਰਾਂ ਨੂੰ ਸੁਣਾਇਆ ਬਾਅਦ ਵਿੱਚ, ਸਾਡੇ ਮਿੱਤਰ ਨੇ ਤੇ ਚਰਨ ਗੈਲੀ, ਤੇ ਉਹ ਨਾਟਕ ਦਾ ਨਾਂ ਸੀਗਾ ਹੀਰੋਸ਼ੀਮਾ ਔਰ ਨਹੀਂ। ਉਸ ਨੂੰ ਕਾਫੀ ਖੇਲਿਆ ਗਿਆ। ਹਾਂਜੀ, ਉਹਨਾਂ ਦਿਨਾਂ 'ਚ ਪਠਾਨਕੋਟ, ਗੁਰਦਾਸਪੁਰ, ਜੰਮੂ। ਉਹਨੂੰ ਫਿਰ ਇਹਦੇ ਨਾਲ ਵੀ ਰਿਲੇਟ ਕੀਤਾ ਸੀ ਪੰਜਾਬ ਦੇ ਦੁਖਾਂਤ ਨਾਲ? ਨਹੀਂ, ਉਹ ਪਿਓਰਲੀ ਗਲੋਬਲ ਫਿਨੋਮੇਨਾ ਵਾਰ ਦੇ ਇਸ਼ੂਜ਼ ਨੂੰ ਲੈ ਕੇ ਹੈ ਨਾ, ਤੇ ਪੰਜਾਬ ਦੇ ਇਸ਼ੂਜ਼ ਨੂੰ ਲੈ ਕੇ ਵੀ ਮੈਂ ਲਿਖਦਾ ਲੁਕਦਾ ਹੁੰਦਾ ਸੀ, ਬੋਲਦਾ ਸੀਗਾ। ਥੋੜਾ ਰਿਸਕ ਵੀ ਸੀਗਾ, ਲੋਕ ਥੋੜਾ ਮਿਲਣੋਂ ਜਿਲਣੋਂ ਖਤਰਾਂਦੇ ਸੀ ਹੈ ਨਾ। ਤੇ ਭਾਜੀ ਯੂਨੀਵਰਸਿਟੀ ਫਿਰ ਆਪਾਂ ਕਦੋਂ ਆਉਂਦੇ ਹਾਂ? ਉਹ ਬੜੀ ਇੰਟਰਸਟਿੰਗ ਗੱਲ ਆ ਵੀ ਉਹ ਸਭ ਨਾਟਕ ਦੇ ਨਾਲ ਜੁੜਿਆ। ਅੱਛਾ। ਵੀ ਮੇਰੇ ਤੋਂ ਪਹਿਲਾਂ ਜਿਹਨਾਂ ਨਾਲ ਮੈਂ ਯੂਥ ਫੈਸਟੀਵਲ ਕਰਦਾ ਹੁੰਦਾ ਸੀਗਾ ਕੁਝ ਬੰਦੇ, ਪਰਮਜੀਤ ਤੋਂ ਬਾਅਦ ਹਰਵਿੰਦਰ ਜੀ ਦੀ ਆਪਾਂ ਗੱਲ ਕਰਦੇ ਹਾਂ, ਬਬਲੀ, ਇਹ ਦਿਲਬਾਗ ਨਾਲ ਕਹੂੰਗੀ ਸਾਡੇ ਬਹੁਤ ਨੇੜੇ ਸੀ ਇਹ, ਤੇ ਇਹ ਆ ਗਏ ਸੀ ਇੱਥੇ ਡਿਪਾਰਟਮੈਂਟ ਯੂਨੀਵਰਸਿਟੀ ਦੇ ਵਿੱਚ। ਇਹ ਪਹਿਲਾਂ ਆ ਗਏ ਸੀ? ਹਾਲਾਂਕਿ ਮੇਰੇ ਤੋਂ ਜੂਨੀਅਰ ਸੀ ਇਹ 2-3 ਸਾਲ, ਲੇਕਿਨ ਮੈਂ ਥੋੜਾ ਇਨਕਲਾਬ ਤੋਂ ਕਰਨ ਤੁਰ ਗਿਆ। ਉਹ ਇੱਕ ਜਵਾਨੀ ਦਾ ਜੋਸ਼ ਹੁੰਦਾ ਹੈ। ਤੁਹਾਡੇ ਮਗਰੋਂ ਅਸੀਂ ਵੀ ਤੁਰੇ ਸਾਰੇ, ਅਸੀਂ ਵੀ ਤੁਰੇ ਹੈ ਜੀ। ਤੇ ਘਰੋਂ ਵਿਰੋਧ ਨਹੀਂ ਹੋਇਆ ਹੈਗਾ? ਨਹੀਂ, ਬਹੁਤ ਇੰਨਾ ਸੰਘਣਾ ਵਿਰੋਧ ਨਹੀਂ ਹੋਇਆ, ਲੇਕਿਨ ਇੱਕ ਉਸ ਕਿਸਮ ਦਾ ਤਾਂ ਹੁੰਦਾ ਹੀ ਹੈ ਨਾ ਵੀ ਘਰਦਿਆਂ ਨੂੰ ਲੱਗਦਾ ਸੀਗਾ ਵੀ ਥੋੜਾ ਪੜ੍ਹਨ ਲਿਖਣ ਵਾਲਾ ਮੁੰਡਾ ਹੈ, ਕੁਛ ਕਰੂਗਾ। ਮਤਲਬ ਆਮ ਫੈਮਿਲੀ ਘਰਾਂ ਦਾ ਤਾਂ ਪਹਿਲਾਂ ਸਾਡਾ ਇਹੀ ਹੁੰਦਾ ਨਾ ਕਿ ਅਸੀਂ ਰੁਜ਼ਗਾਰ ਪੱਖੀ ਹੋ ਜਾਈਏ। ਬਿਲਕੁਲ। ਤੇ ਮੈਂ ਤਾਂ ਕਦੀ ਮਤਲਬ ਐਪਲੀਕੇਸ਼ਨ ਹੀ ਨਹੀਂ ਲਿਖੀ। ਤੇ ਚਲੋ ਇਹ ਬਾਅਦ ਦੀਆਂ ਗੱਲਾਂ, ਹੁਣ ਤਾਂ ਸਵਾਦ ਆਉਂਦਾ, ਪਰ ਇਸ ਗੱਲ ਦੀ ਤੁਹਾਨੂੰ ਤਕਲੀਫਾਂ ਵੀ ਕਾਫੀ ਝੱਲਣੀਆਂ ਪੈਂਦੀਆਂ ਜੀਵਨ ਦੇ ਵਿੱਚ। ਇਹ ਕੋਈ ਬਹੁਤ ਆਈਡੀਅਲਾਈਜ਼ ਕਰਨ ਵਾਲੀ ਗੱਲ ਸ਼ਾਇਦ ਨਹੀਂ ਹੈ ਨਾ। ਤੇ ਸਾਰਾ ਬੈਲੈਂਸ ਬਣਾਉਣਾ, ਪਰ ਜਿੰਨੀ ਦੇਰ ਨੂੰ ਬੰਦਾ ਸਿੱਖਦਾ ਉਨੀ ਦੇਰ ਨੂੰ ਨਾ ਬਹੁਤ ਕੁਝ ਸਿੱਖਾ ਹੁੰਦਾ ਹੈ ਨਾ। ਤੇ ਜਦੋਂ ਇਹ ਆ ਗਏ ਦਿਲਬਾਗ ਹੋਣੀ ਸਾਰੇ ਪਟਿਆਲੇ ਯੂਨੀਵਰਸਿਟੀ 'ਚ ਆ ਗਏ, ਤੇ ਮੈਂ ਪੰਜਾਬ 'ਚ ਤੁਰਿਆ ਫਿਰਦਾ ਹੁੰਦਾ ਸੀ, ਕਹਿੰਦੇ ਸਾਡੇ ਕੋਲ ਆਈ ਪਟਿਆਲੇ।
ਤੈਨੂੰ ਮੈਂ ਇੱਕ ਬੰਦੇ ਨੂੰ ਮਿਲਾਣਾ ਹੈ। ਉਹ ਬੰਦਾ ਜਿਹੜਾ ਸੀ ਦਲਵੀਰ ਗਿੱਲ। ਦਲਵੀਰ ਗਿੱਲ, ਅੱਛਾ। ਅੱਜ ਕੱਲ ਫੇਸਬੁੱਕ ਤੇ ਬਹੁਤ ਹਾਂ, ਤੇ ਉਹਦੇ ਕੋਲੋਂ ਵੀ ਬਹੁਤ ਕੁਝ ਮੈਂ ਥੀਏਟਰ ਦਾ ਤੇ ਹੋਰ ਸਾਰਾ ਬਹੁਤ ਸਿੱਖਿਆ ਬਈ, ਹਾਂਜੀ। ਤੇ ਉਹਨਾਂ ਨੂੰ ਮੈਂ ਆ ਕੇ ਜਦੋਂ ਅਸੀਂ ਪਹਿਲਾਂ ਮਿਲਿਆ ਤੇ ਅਸੀਂ ਸਾਰੀ ਰਾਤ ਅਸੀਂ ਮਤਲਬ ਜਾਗਦੇ ਰਹੇ, ਮਤਲਬ ਸੌਂ ਗਏ, ਮਤਲਬ ਬਿਲਕੁਲ ਜਗਰਾਤਾ ਜਿਹੜਾ, ਗੱਲਾਂ ਬਾਤਾਂ ਪਤਾ ਨਹੀਂ ਦੁਨੀਆ ਭਰ ਦੀਆਂ, ਹੈ ਨਾ, ਉਹ ਗੱਲਾਂ ਹੋਈਆਂ। ਤੇ ਬਹੁਤ ਇੱਕ ਨੇੜੀ ਸਾਂਝ ਪੈ ਗਈ। ਬਲਵੀਰ ਰਾਏਕੋਟ ਵਾਲਾ ਤੇ ਇਹ ਸਾਰੇ ਲੋਕ ਸੀਗੇ, ਜਵਾਕ ਹੋਣੀ ਤਾਂ ਸਾਰੇ ਉੱਥੇ ਸੀਗੇ ਹੀ, ਹਾਂਜੀ। ਤੇ ਫਿਰ ਉਹ ਆਉਣਾ ਜਾਣਾ ਜ਼ਿਆਦਾ ਸ਼ੁਰੂ ਹੋ ਗਿਆ, ਸਿੱਧਾ ਡਿਪਾਰਟਮੈਂਟ ਦੇ ਵਿੱਚ ਹੀ ਆਉਣਾ ਜਾਣਾ ਸ਼ੁਰੂ ਹੋ ਗਿਆ। ਹਾਂ, ਫਿਰ ਪੰਡਿਤ ਜੀ ਉਹਨਾਂ ਨਾਲ ਉਹ ਇੱਕ ਉਹ ਆ ਗਿਆ, ਫਿਰ 1 ਸਾਲ 2 ਸਾਲ ਐਂ ਚੱਲਦਾ ਰਿਹਾ। ਫਿਰ ਕਹਿੰਦੇ ਤੂੰ ਐਡਮਿਸ਼ਨ ਲੈ ਲੈ। ਚੱਲ ਐਡਮਿਸ਼ਨ ਲੈ ਲੈ। ਮੇਰੇ ਕੋਲ ਕੋਈ ਉਹ ਨਹੀਂ ਸੀਗਾ ਸਰਟੀਫਿਕੇਟ ਜੀ। ਉਹ ਕਹਿੰਦੇ ਸਭ ਕੁਝ ਬਾਅਦ ਚ ਆਉਂਦਾ ਹੈ, ਉਹ ਸਾਰਾ ਕੁਝ ਹੁੰਦਾ ਰਹੂਗਾ, ਫਾਰਮ ਭਰੋ ਤੇ ਆਪੇ ਹੀ ਪੈਸੇ ਪੂਸੇ ਵੀ ਇਹਨਾਂ ਨੇ ਪਤਾ ਨਹੀਂ ਕਿਵੇਂ ਹੋਇਆ ਕਿ ਤੇ ਐਡਮਿਸ਼ਨ ਲੈ ਐ ਆਪਾਂ ਯੂਨੀਵਰਸਿਟੀ ਪਹੁੰਚ ਗਏ। ਮਤਲਬ ਯੂਨੀਵਰਸਿਟੀ ਕਿਵੇਂ ਰਹੇ? ਡਿਪਾਰਟਮੈਂਟ ਦੇ ਤਜਰਬੇ ਕਿਵੇਂ ਰਹੇ? ਉਹ ਤਾਂ ਸਾਰੇ ਜੀਵਨ ਵਾਂਗੂ ਹੀ ਹੁੰਦਾ, ਖੱਟਾ ਵੀ ਮਿੱਠਾ ਵੀ ਹੈ ਜੀ। ਤੇ ਫਿਰ ਪਰ ਮਿਠਾਈ ਆ ਜ਼ਿਆਦਾ, ਮਿਠਾਈ ਆ ਜ਼ਿਆਦਾ। ਤੇ ਫਿਰ ਭਾਜੀ ਫੋਕਸਡ ਹੋ ਕੇ ਜਦੋਂ ਨਾਟਕ ਲਿਖਣ ਵੱਲ ਚੱਲ ਪਏ ਤੁਸੀਂ, ਹਨਾ, ਉਦੋਂ ਫਿਰ ਉਹ ਪ੍ਰਪੱਕਤਾ, ਜਿਵੇਂ ਤੁਸੀਂ ਪਹਿਲਾਂ ਦੱਸਤਾ ਕਿ ਐਮਏ ਥੀਏਟਰ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਤੁਸੀਂ ਉਹ ਹੀਰੋਸ਼ੀਮਾ ਹੋਰ ਨਹੀਂ, ਹਨਾ, ਉਹ ਬਹੁਤ ਵੱਡਾ ਵਿਸ਼ਾ, ਬ੍ਰੌਡ ਵਿਸ਼ਾ, ਗਲੋਬਲ ਫਲੋਰ ਚੱਕ ਲਿਆ ਤੁਸੀਂ। ਕਿਵੇਂ ਮਤਲਬ ਫਿਰ ਉਸ ਸਿੱਧੇ ਤੌਰ ਦੇ ਉੱਤੇ ਨਾਟਕਕਾਰੀ ਨੂੰ ਇੱਕ ਪੇਸ਼ੇ ਦੇ ਰੂਪ ਦੇ ਵਿੱਚ ਵੀ ਅਪਣਾਉਣਾ ਔਰ ਆਪਣੇ ਅੰਦਰਲੀ ਉਹ ਕੱਢਣ ਵਾਸਤੇ ਵੀ, ਕੀੜਾ ਕੱਢਣ ਵਾਸਤੇ ਜਿਹਨੂੰ ਆਪਾਂ ਕਹਿ ਦਿੰਦੇ, ਫਿਰ ਉਹ ਕਦੋਂ ਜੇ ਸ਼ੁਰੂ ਹੁੰਦਾ? ਉਹ ਪ੍ਰੋਫੈਸ਼ਨ ਦਾ ਤਾਂ ਕਹਿਣਾ ਔਖਾ ਹੈ, ਲੇਕਿਨ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮਤਲਬ ਤੰਗ ਕਰਦੀਆਂ ਸੀ। ਕਵਿਤਾ ਲਿਖਦਾ ਸੀ ਮੈਂ ਤਾਂ ਬੇਸਿਕਲੀ ਆਪਣੇ ਆਪ ਨੂੰ ਹਲੇ ਵੀ, ਮੇਰਾ ਜੇ ਕੋਈ ਪੁੱਛੇ ਕਵੀ ਕਹਾਣਾ ਪਸੰਦ ਕਰਾਂਗਾ। ਬਾਕੀ ਗੱਲ ਜਾਂਦੇ ਨਹੀਂ ਹੈਗੇ, ਉਹ ਨਹੀਂ ਜਾਂਦਾ ਕਵੀ ਦਰਬਾਰਾਂ ਚ ਨਹੀਂ, ਉਹ ਨਹੀਂ ਜਾਂਦਾ, ਉਹ ਜਾਣਾ ਵੀ ਨਹੀਂ, ਹੈ ਨਾ। ਤੇ ਨਹੀਂ ਕੋਈ ਉਹ ਨਹੀਂ ਹੈ, ਮੇਰਾ ਸੁਭਾਅ ਨਹੀਂ, ਆਪਣੀ ਉਹ ਹੈ ਜੀ। ਬਹੁਤ ਵੱਡੇ ਕਵੀ ਮੇਰੇ ਮਿੱਤਰ ਵੀ ਨੇ, ਬਹੁਤ ਪਿਆਰੇ ਕਵੀ ਜਾਂਦੇ ਨੇ, ਮੇਰਾ ਨਹੀਂ ਸੁਭਾਅ, ਹੈ ਨਾ। ਤੇ ਉਹ ਫਿਰ ਨਾਟਕ ਕਵਿਤਾ ਉਸ ਤਰੀਕੇ ਦਾ ਸ਼ਾਇਦ ਜ਼ਿਆਦਾ ਨਿੱਜ ਦੇ ਕਰੀਬ ਆ ਜਾਂਦੀ ਹੈ, ਅਧਿਆਤਮ ਚ ਜਾ ਸਕਦੀ ਹੈ। ਹੋਰ ਵੀ ਤੁਸੀਂ ਬਹੁਤ ਬੁਲਾ ਰਹੇ ਹੋ ਲੈ ਕੇ, ਹੈ ਨਾ। ਤੇ ਨਾਟਕ ਦੇ ਵਿੱਚ ਫਿਰ ਹੋਇਆ ਕਿ ਇੱਥੇ ਯੂਨੀਵਰਸਿਟੀ 'ਚ ਅਸੀਂ ਆ ਗਏ, ਡਿਪਾਰਟਮੈਂਟ ਸੀ। ਡਿਪਾਰਟਮੈਂਟ ਉਸ ਵਕਤ ਮਤਲਬ ਸਾਰੇ ਜਿਵੇਂ ਆਪ ਦੱਸਿਆ ਵੀ ਕਿਹੜੇ ਕਿਹੜੇ ਬੰਦੇ ਸੀਗੇ, ਤੇ ਉਹ ਮਤਲਬ ਕੋਈ ਵੀ ਘਟਨਾ ਹੁੰਦੀ ਸੀ ਤੇ ਥੀਏਟਰ ਡਿਪਾਰਟਮੈਂਟ ਜਿਹੜਾ ਹੈ ਉਹ ਤੇ ਰਿਐਕਟ ਕਰਦਾ ਸੀ ਪੂਰਾ ਇੱਕਦਮ, ਸਾਰੀ ਯੂਨੀਵਰਸਿਟੀ ਨਾਲੋਂ ਪਹਿਲਾਂ ਮਤਲਬ ਰਿਐਕਟ ਕਰਦਾ ਸੀ। ਮਤਲਬ ਕੋਈ ਵੀ ਪੋਲੀਟੀਕਲ ਘਟਨਾ ਹੈ, ਕੋਈ ਉਹ ਹੈ, ਮਤਲਬ ਅਡਵਾਨੀ ਦੀਆਂ ਰੱਥ ਯਾਤਰਾਵਾਂ ਸ਼ੁਰੂ ਹੋਈਆਂ ਜਾਂ ਕੁਛ ਹੋਈਆਂ ਤੇ ਰਾਮ ਕੇ ਨਾਮ ਫਿਲਮ ਬਣੀ, ਪਟਵਰਧਨ ਉਹਨਾਂ ਦੀ, ਆਨੰਦ ਪਟਵਰਧਨ ਉਹਨਾਂ ਦੀ, ਤੇ ਥੀਏਟਰ ਯੂਜ਼ ਡਿਪਾਰਟਮੈਂਟ 'ਚ ਉਹਦੇ ਲਗਾਤਾਰ ਸ਼ੋਅ ਕਰਵਾਏ ਜਾ ਰਹੇ ਆ, ਹੈ ਜੀ। ਤੇ ਸਾਰੇ ਅਲੱਗ-ਅਲੱਗ ਡਿਪਾਰਟਮੈਂਟ ਦੇ ਲੋਕ, ਫਿਰ ਇਕਨੋਮਿਕਸ ਵਾਲੇ ਵੀ, ਪੋਲੀਟੀਕਲ ਸਾਇੰਸ ਵਾਲੇ ਵੀ, ਉਹ ਥੀਏਟਰ ਜਿਹੜੇ ਚੇਤਨ ਸੀਗੇ ਉਹ ਹੱਬ ਬਣ ਗਿਆ। ਡਿਸਕਸ਼ਨਾਂ ਉੱਥੇ ਹੋਣ ਲੱਗੀਆਂ, ਹੋਸਟਲ 'ਚ ਵੀ ਸਾਡੇ, ਨਹੀਂ। ਫਿਰ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ 84 ਤੋਂ ਬਾਅਦ ਜਿਹੜੀ ਵੱਡੀ ਘਟਨਾ ਜਿਹਨੇ ਫਿਰ ਹਿੰਦੁਸਤਾਨ ਨੂੰ ਚੇਂਜ ਕਰਤਾ, ਉਹ 6 ਦਸੰਬਰ 1992 ਬਾਬਰੀ ਮਸਜਿਦ ਦਾ ਤੋੜਿਆ ਜਾਣਾ। ਥੀਏਟਰ ਡਿਪਾਰਟਮੈਂਟ ਵੱਲੋਂ ਰਿਸਪੌਂਸ ਹੋਇਆ ਉਹਦਾ ਜੋ ਵੀ ਹੈ, ਹਾਂਜੀ। ਅਸੀਂ ਸਾਰਿਆਂ ਨੇ ਲੈ ਕੇ ਫਿਰ ਉਦੋਂ ਦੋਨੇ ਪਲੇ ਹਿੰਦੀ 'ਚ ਸੀ। ਉਹ ਫਿਰ ਪਲੇ ਲਿਖਿਆ, ਹਾਲੇ ਵੀ ਕੋਈ ਪ੍ਰੋਫੈਸ਼ਨ ਨਹੀਂ, ਮਤਲਬ ਕਵਿਤਾ 'ਤੇ ਲਿਖਿਆ ਹੋਇਆ। ਉਹਦਾ ਨਾਂ ਸੀਗਾ ਈਸ਼ਵਰ ਕਾ ਜਨਮ ਸਥਾਨ ਜੀ, ਹਾਂਜੀ। ਉਹਦੀਆਂ ਦੋ ਤੁਹਾਨੂੰ ਮੈਂ ਸੁਣਾ ਦਿੰਦਾ ਹੁਣਗੇ ਬ੍ਰੇਕ ਤੋਂ ਬਾਅਦ। ਗਜ਼ਲ ਵਰਗੀ ਗੱਲ ਨੂੰ ਰੋਕਣਾ ਥੋੜਾ ਜਿਹਾ ਔਖਾ ਲੱਗਦਾ ਹੁੰਦਾ, ਪਰ ਹੁਣ ਕਰੀਏ ਕੀ, ਰੋਕਣਾ ਪੈਂਦਾ, ਵਕਤ ਕਹਿੰਦਾ ਰੁਕ ਜਾਓ। ਬ੍ਰੇਕ ਦੇ ਅਗਲੇਰੇ ਪਾਰ ਈਸ਼ਵਰ ਕਾ ਜਨਮ ਸਥਾਨ ਤੋਂ ਸ਼ੁਰੂ ਕਰਾਂਗੇ, ਫਿਰ ਭਾਜੀ ਦੇ ਕਾਵ ਮਨ ਨੂੰ ਵੀ ਫਰੋਲਾਂਗੇ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ। ਬ੍ਰੇਕ ਦੇ ਇਸ ਪਾਰ ਤੁਹਾਡਾ ਮੁੜ ਤੋਂ ਸਵਾਗਤ ਹੈ। ਸਾਹਿਤ ਦੀ ਤੰਦ ਬਲਰਾਮ ਭਾਜੀ ਹੋਰਾਂ ਨਾਲ ਪਾਈ ਹੋਈ ਹੈ। ਬਲਰਾਮ ਭਾ, ਉੱਥੇ ਚੱਲਦੇ ਆਪਾਂ। ਮੈਨੂੰ ਇੱਕ ਕਿੱਸਾ ਯਾਦ ਆ ਰਿਹਾ ਜੀ। ਉਹ ਕਿੱਸਾ ਇਹ ਹੈ ਕਿ ਤੁਹਾਡੇ ਅਜੀਜ਼ ਤੇ ਮੇਰੇ ਗੁਰੂ ਜੀ ਸੈਮੂਅਲ ਜੌਨ ਹੋਰੀ ਇਹ ਗੱਲ ਹਾਸੇ 'ਚ ਅਕਸਰ ਕਹਿੰਦੇ ਹੁੰਦੇ ਆ ਕਿ ਉੱਧਰ ਕਹਿੰਦੇ ਬਾਬਰੀ ਮਸਜਿਦ ਦਾ ਢਹਿ ਜਾਣਾ ਤੇ ਬਲਰਾਮ ਕਹਿੰਦੇ ਸਾਨੂੰ ਪਵਾ ਕੇ ਲੰਮੇ ਕੁੜਤੇ ਤੇ ਲੈ ਗਿਆ ਉੱਥੇ, ਅਯੋਧਿਆ ਵੀ। ਉੱਥੇ ਕਹਿੰਦੇ ਡਾਂਗਾ ਵੀ ਵਰ ਸਕਦੀਆਂ, ਗੋਲੀਆਂ ਵੀ ਚੱਲ ਸਕਦੀਆਂ ਸੀ।
ਉਹ ਕਿੱਸਾ ਕੀ ਹੈ ਭਾਜੀ? ਉਹ ਤੁਹਾਨੂੰ ਦੱਸਿਆ ਵੀ ਨਾਟਕ ਲਿਖਿਆ ਗਿਆ ਈਸ਼ਵਰ ਕਾ ਜਨਮ ਸਥਾਨ, ਉਹਦੀ ਜਿਹੜਾ ਮਿਊਜ਼ਿਕ ਤਿਆਰ ਕੀਤਾ ਉਹ ਸਾਡੇ ਉਸਤਾਦ ਜੀ, ਸਾਡੇ ਟੀਚਰ ਗੁਰਦੇਵ ਬਲਰਾਜ ਪੰਡਿਤ ਜੀ ਨੇ ਧੁਨਾਂ ਬਣਾਈਆਂ ਤੇ ਉਹ ਬਹੁਤ ਪਿਆਰਾ ਉਹ ਸੀਗਾ। मत करो तलाश उसको मुर्दा घर में, हाँ, मत करो तलाश उसको मुर्दा घर में, जड़ हुए इतिहास के अस्थि कलश में। तो अज भी वो तलाश जारी है, अज भी तलाश जारी है, क्योंकि हुण फिर एक मस्जिद दे विच सर्वे दा हुक्म हो गया ते वो सारा कुछ जिहड़ा है एंडलेस है, एंडलेस है, दा कोई अंत नहीं है। अंत नहीं है ये? हाँ हाँ हाँ, ये अपना ही है ना? एक किताब कवितावां दी किताब सी, ਉਹਦਾ ਨਾਂ ਸੀ अंत नहीं है ये, अंत नहीं है ना। ਉਹ ਵੇਦਾਂ ਤੋਂ ਆਇਆ, ਕਿਉਂਕਿ ਵੇਦ ਸਾਰੇ ਵੇਦ ਦਾ ਅੰਤ ਜਿਹੜਾ ਹੈ ਇੱਕ ਸ਼ਬਦ ਤੋਂ ਆਉਂਦਾ ਹੈ, ਉਹਦਾ ਨਾਂ ਹੈ ਨੇਤੀ। ਸ਼ਬਦ ਹੈ ਨੇਤੀ ਨੇਤੀ ਨੇਤੀ। ਨੇਤੀ ਨੇਤੀ ਦਾ ਮਤਲਬ ਵੀ ਹੈ ਵੀ ਜਿੱਥੇ ਵੀ ਕਿਤੇ ਮੈਂ ਪਹੁੰਚ ਗਿਆ ਇਹ ਅੰਤ ਨਹੀਂ ਹੈ, ਇਸ ਤੋਂ ਬਿਯੋਂਡ ब्रह्मांड संसार ज्ञान अनंत 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 प्यार। जिवें गुरतेज कौर वाले ने लिखिया कि शायद मैनू सतना चीज़ां नहीं आ रही कि मेरी मैं दा पसारा मेरे होण तो परे भी है। हाँ इस टाइप असल दे विच ते वो नाटक लिखिया गया ते सहमत वाली ऑर्गेनाइजेशन है, उन्होंने मतलब उत्थे करवाया प्रोग्राम जी। अयोध्या ਦੇ ਵਿੱਚ ਜਿਹੜੇ ਬਹੁਤ ਕਲਾਕਾਰ ਇਕੱਠੇ ਹੋ ਰਹੇ ਸੀ, ਇਕੱਲੇ ਥੀਏਟਰ ਵਾਲੇ ਨਹੀਂ ਸੀ। ਹਾਂਜੀ, ਡਾਂਸ ਨਾਲ ਜੁੜੇ ਹੋਏ ਸਿਤਾਰਾ ਦੇਵੀ ਵਰਗੇ ਬੰਦੇ ਔਰ ਹੋਰ ਦੂਸਰੇ ਜਿਹੜੇ ਸੈਂਸਿਟਿਵ ਲੋਕ ਸੀਗੇ। ਐਮਐਫ ਹਸੈਨ ਸਾਹਿਬ ਦੀ ਉੱਥੇ ਪੇਂਟਿੰਗਸ ਦੀ ਪੂਰੀ ਐਗਜ਼ੀਬਿਸ਼ਨ ਲੱਗੀ, ਔਰ ਜਿੱਦਣ ਅਸੀਂ ਪਹੁੰਚੇ ਆ ਉੱਥੇ ਤੇ ਸਾਨੂੰ ਖਬਰਾਂ ਮਿਲੀਆਂ ਕਿ ਉਹ ਉਸ ਦਿਨ ਦੁਪਹਿਰ ਨੂੰ ਹੀ ਉਸ ਐਗਜ਼ੀਬਿਸ਼ਨ ਦੇ ਉੱਤੇ ਅਟੈਕ ਹੋਇਆ, ਹਮਲਾ ਹੋਇਆ, ਤੋੜ ਭੰਨ ਦਿੱਤੀ ਗਈ। ਉਸ ਤੋਂ ਸਾਲ 2 ਸਾਲ ਬਾਅਦ ਤਾਂ ਉਹਨਾਂ ਨੂੰ ਹਿੰਦੁਸਤਾਨ ਛੱਡ ਕੇ ਹੀ ਜਾਣਾ ਪਿਆ। ਇਹ ਤਰਾਸਦੀ ਹੈ ਸਾਡੇ ਸਿਸਟਮ ਦੀ। ਡੈਫੀਨੇਟਲੀ ਜੀ, ਇਹ ਦੁਖਾਂਤ ਤਾਂ ਪਤਾ ਨਹੀਂ ਹੁਣ ਕਿੱਥੇ ਜਾ ਕੇ ਇਹਦਾ ਅੰਤ ਹੋਏਗਾ, ਕਿਉਂਕਿ ਸਾਡੇ ਲਈ ਇਹ ਨਾ ਇੱਕ ਬਹੁਤ ਕਮਾਲ ਦਾ ਸ਼ਬਦ ਹੈ ਭਾਸ਼ਾ ਦੇ। ਤੇ ਹੁਣ ਜਿਵੇਂ ਗੱਲ ਚੱਲਦੀ ਨਾ ਸ਼ਬਦਾਂ ਦੀ ਗੱਲ ਤੋਂ ਤੁਸੀਂ ਸ਼ੁਰੂ ਕੀਤਾ ਹੈ ਕਿ ਵਿਸ਼ ਸ਼ਬਦ, ਵਿਸ਼ ਨੂੰ ਜਦੋਂ ਡਿਫਾਈਨ ਕਰਦੇ ਆ, ਮਤਲਬ ਸਾਡੇ ਪੁਰਾਣੇ ਸੰਸਕ੍ਰਿਤ ਦੇ ਉਹਨਾਂ 'ਚ ਵੀ ਉਹ ਹੈ ਕਿ ਵਿਸ਼ ਉਹ ਹੈ ਜਿਹੜਾ ਤੁਹਾਡੇ ਅੰਦਰਲੀ ਜਿਹੜੀ ਇੱਕ ਆਰਗੈਨਿਕ ਜੈਵਿਕ ਸਾਂਝ ਹੈ ਜਿਹੜਾ ਤੱਤਾਂ ਦੀ, ਉਹਨੂੰ ਤੋੜ ਦਿੰਦਾ ਹੈ, ਉਹ ਵਿਸ਼ ਹੈ। ਤੇ ਅੱਜ ਹੁਣ ਜੋ ਵਿਸ਼ ਫੈਲਾਇਆ ਜਾ ਰਿਹਾ ਹੈ, ਜੋ ਜ਼ਹਿਰ ਫੈਲਾਇਆ ਜਾ ਰਿਹਾ, ਉਸ ਨੂੰ ਮੈਂ ਤਾਂ ਹੀ ਕਹਿਣਾ ਵੀ ਮੈਂ ਕਿਸੇ ਬਿੰਬ ਜਾਂ ਪ੍ਰਤੀਕ ਦੇ ਤੌਰ ਤੇ ਇਹਨੂੰ ਜ਼ਹਿਰ ਨਹੀਂ ਕਹਿ ਰਿਹਾ। ਇਹ ਐਕਚੁਅਲੀ ਕੈਮੀਕਲੀ ਰਸਾਇਣਿਕ ਤੌਰ ਦੇ ਉੱਤੇ ਜ਼ਹਿਰ ਹੈ, ਜਿਸ ਨੂੰ ਕੋਈ ਉਹ ਧਰਮ ਦਾ ਨਾਂ ਦੇ ਲੈਣ, ਕੋਈ ਨਾਂ ਦੇ ਲੈਣ, ਰਾਸ਼ਟਰਵਾਦ ਦਾ ਨਾਂ ਦੇ ਲੈਣ। ਐਕਚੁਅਲੀ ਇਹ ਜ਼ਹਿਰ ਆ ਜਿਹੜਾ ਸਾਨੂੰ ਇੱਕ ਦੂਜੇ ਨਾਲੋਂ ਵੀ ਤੋੜ ਰਿਹਾ ਤੇ ਤੁਹਾਡੇ ਅੰਦਰ ਵੀ ਵੰਡੀਆਂ ਤੋੜ ਪਾ ਰਿਹਾ ਕਿ ਉਹ, ਔਰ ਇਹਦਾ ਅੰਤ ਜਿਹੜਾ ਹੈ, ਜਿਹੜਾ ਅਸੀਂ ਹੋ ਗਿਆ ਜੀ, ਸ਼ਾਇਦ ਕਹਿਣਾ ਨਹੀਂ। ਮੈਂ ਤੁਹਾਡੀ ਕਾਵ ਉਤੇ ਆਉਣ ਤੋਂ ਪਹਿਲਾਂ ਜਦੋਂ ਇਹ ਵਿਸ਼ਾ ਚੱਲ ਹੀ ਪਿਆ, ਮੈਂ ਇਸ ਵਿਸ਼ੇ ਪ੍ਰਤੀ ਬਹੁਤ ਜ਼ਿਆਦਾ ਸੰਜੀਦਾ। ਮੈਨੂੰ ਵੀ ਲੱਗਦਾ ਕਿ ਇਹ ਗੱਲ ਖੁੱਲ੍ਹ ਕੇ ਹੀ ਬੋਲਣੀ ਚਾਹੀਦੀ ਹੈ, ਇਹਨੂੰ ਬਿੰਬਾਂ ਦੇ ਰਾਹੀਂ ਨਾ ਬੋਲਿਆ ਜਾਵੇ ਤਾਂ ਸ਼ਾਇਦ ਚੰਗਾ। ਜਿਵੇਂ ਤੁਸੀਂ ਖੁੱਲ੍ਹ ਕੇ ਬੋਲ ਰਹੇ ਹੋ, ਮੈਂ ਤਾਂ ਆਪ ਇਸ ਗੱਲ ਨੂੰ ਖੁੱਲ੍ਹ ਕੇ ਬੋਲਦਾ ਹੁੰਦਾ ਕਿ ਇਹ ਪਤਾ ਨਹੀਂ ਕਿੱਥੇ ਜਾ ਕੇ ਰੁਕੂਗਾ। ਔਰ ਇਹ ਜਿਹੜਾ ਸਬ ਕੰਟੀਨੈਂਟ ਹੈ ਸਾਡਾ, ਇਹ ਦੇਸ਼, ਪੂਰੀ ਦੁਨੀਆ ਨੂੰ ਇਹਦੀ ਕੀਮਤ, ਪੂਰੀ ਦੁਨੀਆ ਨੂੰ ਇਸ ਦੀ ਕੀਮਤ ਦੇਣੀ ਪਏਗੀ। ਇਹ ਸਿਰਫ ਹਿੰਦੁਸਤਾਨ ਦੀਆਂ ਸਰਹੱਦਾਂ ਤੱਕ ਸੀਮਤ ਨਹੀਂ ਰਹਿ ਜਾਏਗਾ, ਕਿਉਂਕਿ ਦੇਖੋ ਹਿੰਦੁਸਤਾਨ ਜਿਹੜਾ ਨਵਾਂ 47 ਤੋਂ ਬਾਅਦ ਬਣਨਾ ਸ਼ੁਰੂ ਹੋਇਆ, ਕਿੰਨਾ ਕੁ ਬਣ ਸਕਿਆ ਕਿੰਨਾ ਕੁ ਨਹੀਂ ਬਣ ਸਕਿਆ ਉਹ ਵੱਖਰੀ ਗੱਲ ਹੈ, ਲੇਕਿਨ ਉਹ ਫਰੀडम ਮੂਵਮੈਂਟ ਦੀਆਂ ਜਿਹੜੀਆਂ ਕਦਰਾਂ ਕੀਮਤਾਂ, ਜਿਹੜੀਆਂ ਆਪਾਂ ਕਹਿੰਦੇ ਗਾਂਧੀ ਦੀ ਗੱਲ ਕਰਦੇ ਤੇ ਗਾਂਧੀ ਮਹਾਵੀਰ ਔਰ ਬੁੱਧ ਦੀ ਪਰੰਪਰਾ ਨੂੰ ਲੈ ਕੇ ਔਰ ਫਰੀਦ ਦੀ ਪਰੰਪਰਾ ਨੂੰ ਲੈ ਕੇ ਹੀ ਗਾਂ ਚੱਲ ਰਹੇ ਬਾਈ। ਬਿਲਕੁਲ ਉਹ ਗੱਲੀ ਕੋਈ ਪੋਲੀਟੀਕਲ ਪਰੰਪਰਾ ਨਹੀਂ ਹੈ। ਜਿਹੜੀ ਹਿੰਸਾ ਤੇ ਪ੍ਰੇਮ ਦੀ ਜਿਹੜੀ ਗੱਲ ਹੈ, ਜਿਹੜੇ ਕਹਿੰਦੇ ਵੀ ਇਹ ਤਾਂ ਜੀ ਸਾਡੇ ਕਲਚਰ ਚੋਂ ਨਹੀਂ ਆਈ ਹੋਈ, ਤੇ ਤੁਸੀਂ ਕਿਹੜੇ ਕਲਚਰ ਨੂੰ ਕਲਚਰ ਕਹਿੰਦੇ ਆ? ਕਲਚਰ ਦੀਆਂ ਤਾਂ ਬਹੁਤ ਸਾਰੀਆਂ ਡਿਮੈਂਸ਼ਨਸ ਨੇ, ਔਰ ਤੁਸੀਂ ਕਿਹੜੀ ਚੁਣਨੀ ਹੈ ਕਿਹੜੀ ਨਹੀਂ ਚੁਣਨੀ, ਹੈ ਨਾ। ਹੁਣ ਕਲਚਰ 'ਚ ਤਾਂ ਸਾਡੇ ਫਿਰ ਤੁਸੀਂ ਕਹੋਗੇ ਸਤੀ ਪ੍ਰਥਾ ਵੀ ਹੈ ਤੇ ਅਛੂਤ ਪ੍ਰਥਾ ਉਹ ਵੀ ਹੈ, ਵੀ ਤੁਸੀਂ ਉਹਨੂੰ ਛੱਡਣਾ ਹੈ ਕਿ ਰੱਖਣਾ ਹੈ, ਉਹ ਵੀ ਕਲਚਰ ਹੈ, ਉਹ ਵੀ ਕਲਚਰ ਹੈ, ਕਲਚਰ ਰਿਹਾ ਹੈ ਨਾ ਲੈ ਕੇ। ਪਰ ਜਿਹੜੀਆਂ ਜੀਵੰਤ ਚੀਜ਼ਾਂ ਨੇ
ਉਹਦੇ 'ਚ ਤੁਹਾਨੂੰ ਅੱਜ ਜਿਹੜੀ ਚੀਜ਼ ਮੇਰਾ ਹਿੱਸਾ ਹੈ, ਕੱਲ ਉਸ ਚੀਜ਼ ਨੂੰ ਅਗਰ ਮੈਂ ਉਹਦੇ ਕੁਝ ਹਿੱਸੇ ਨੂੰ ਆਪਣੇ ਸਰੀਰ ਚੋਂ ਬਾਹਰ ਨਹੀਂ ਕੱਢਾਂਗਾ, ਕਬਜ਼ ਹੋ ਜਾਏਗੀ ਮੈਨੂੰ, ਔਰ ਮੈਂ ਉਹ ਚੀਜ਼ ਮੇਰੇ ਅੰਦਰ ਜ਼ਹਿਰ ਬਣ ਜਾਏਗੀ। ਜੋ ਚੀਜ਼ ਅੱਜ ਮੇਰਾ ਹਿੱਸਾ ਹੈ ਉਸਦੇ ਬਹੁਤ ਵੱਡੇ ਹਿੱਸੇ ਨੂੰ ਮੈਨੂੰ ਕੱਲ ਆਪਣੇ ਆਰਗੇਨਿਜ਼ਮ ਚੋਂ, ਸਰੀਰ ਚੋਂ ਕੱਢਣਾ ਹੀ ਪਏਗਾ ਜੇ ਮੈਂ ਜਿਉਂਦੇ ਰਹਿਣਾ। ਇਟ ਮੀਨਸ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਸਾਰੀ ਦੁਨੀਆ ਇਹਦਾ ਉਹ ਭੁਗਤੇਗੀ, ਭਾਰਤ ਸਿਰਫ ਭਾਰਤ ਦੇ ਇਹਨੂੰ ਪ੍ਰੈਕਟੀਕਲ ਭੂਮੀ ਬਣਾਇਆ ਜਾ ਰਿਹਾ, ਇੱਥੇ ਤਜਰਬਾ ਕੀਤਾ। ਯੈਸ, ਰਣਭੂਮੀ ਬਣੇਗੀ, ਕਿਉਂਕਿ ਜਿਹੜਾ ਵੈਸਟ ਵਾਲੇ ਲੋਕ ਸਾਡੀ ਮੂਵਮੈਂਟ ਨੇ, ਭਗਤ ਸਿੰਘ ਹੋਏ ਜਾਂ ਗਾਂਧੀ ਹੋਏ, ਜਾਂ ਸਾਡੀ ਲੜਾਈ ਤੇ ਸਾਮਰਾਜ ਦੇ ਖਿਲਾਫ ਸੀ। ਸਾਮਰਾਜ ਮਤਲਬ ਜਿਹੜਾ ਦੂਸਰਿਆਂ ਦੇ ਉੱਤੇ ਗਾਲਬ ਹੋ ਕੇ, ਤੇ ਜੇ ਹਿੰਦੁਸਤਾਨ ਦੇ ਵਿੱਚੋਂ ਕੁਝ ਲੋਕ ਉੱਠ ਕੇ ਉਹਦੀ ਖਿਲਾਫਤ ਲੜ ਸਕਦੇ ਆ, ਮਤਲਬ ਅੱਜ ਉਹੀ ਕੰਮ ਕਰਨ ਲੱਗ ਪਏ ਜੋ ਅੰਗਰੇਜ਼ਾਂ ਨੇ ਕੀਤਾ ਕਿ ਅਸੀਂ ਫੈਲਾਂਗੇ ਹੁਣ, ਹੈ ਨਾ, ਮਤਲਬ ਦੂਜਿਆਂ ਨੂੰ ਦਬਾਵਾਂਗੇ, ਚਾਹੇ ਧਰਮ ਦੇ ਨਾਂ ਤੇ ਦਬਾਵਾਂਗੇ, ਤੇ ਉਹ ਗੱਲ ਫਿਰ ਸਿਰਫ ਇਸ ਮੁਲਕ ਦੀਆਂ ਬਾਉਂਡਰੀਜ਼ ਤੱਕ, ਜਿਵੇਂ ਹੁਣ ਇਹਨਾਂ ਨੇ ਹਿੰਦੂਤਵ ਦੀ ਗੱਲ ਆਉਂਦੀ ਆ ਤੇ ਉਹਦੇ ਵਿੱਚ ਇਹਨਾਂ ਦਾ ਸਾਰਾ ਕੁਝ ਹੀ ਸ਼ਾਮਿਲ ਆ, ਫਿਰ ਅਫਗਾਨਿਸਤਾਨ ਵੀ ਤੇ ਹੋਰ ਵੀ ਇਹਨਾਂ ਦਾ ਨਕਸ਼ਾ ਦੇਖ ਲਓ ਤੁਸੀਂ। ਖੈਰ ਮੈਂ ਬਹੁਤਾ ਪੋਲੀਟੀਕਲ ਉਹਦੇ 'ਚ ਕਿਉਂ ਜਾਣਾ, ਪਰ ਕਿਉਂਕਿ ਇਹ ਹੁਣ ਤੁਹਾਡੀ ਲਾਈਫ ਤੇ ਡਾਇਰੈਕਟਲੀ ਅਟੈਕ ਹੋਣ ਲੱਗ ਪਿਆ ਤਾਂ ਤੁਸੀਂ ਸ਼ਾਈ ਆਫ ਨਹੀਂ ਕਰ ਸਕਦੇ, ਤੁਸੀਂ ਇਹਨੂੰ ਸੰਗ ਕੇ, ਹੈ ਨਾ। ਹਾਲਾਂਕਿ ਮੈਂ ਕੋਈ ਪੋਲੀਟੀਕਲ ਪਾਰਟੀ ਦਾ ਕਿਸੇ ਦਾ ਨਾ ਹੀ ਮੇਰਾ ਕਿਸੇ ਪੋਲੀਟੀਕਲ ਫਲਸਫੇ ਨਾਲ ਕੋਈ ਬਾਕਸਵਾਦ ਹੋਵੇ, ਕੋਈ ਕੁਛ ਹੋਵੇ, ਮੇਰਾ ਮੈਂ ਪੜ੍ਹਦਾ ਸਾਰਾ ਕੁਛ ਨੂੰ ਪੜ੍ਹਦਾ ਰਿਹਾ ਲੈ ਕੇ, ਹੈ ਨਾ, ਲੇਕਿਨ ਮੈਂ ਕਿਸੇ ਵਾਦ ਦੇ ਨਾਲ ਬਿਲਕੁਲ ਨਹੀਂ ਜੁੜਿਆ। ਔਰ ਮੈਂ ਇਹ ਗੱਲ ਕਹਿਣਾ ਚਾਹਾਂਗਾ, ਮੈਂ ਇਸ ਨੂੰ ਪ੍ਰੈਕਟੀਕਲ ਕਿ ਵਾਦ ਜਿਹੜਾ ਹੈ ਤੁਹਾਡੀ ਚੇਤਨਾ ਦੀ ਧਾਰਾ ਨੂੰ ਨਾ ਸਿਰਫ ਖੁੰਡਿਆਂ ਕਰ ਦਿੰਦਾ, ਸਗੋਂ ਉਹਦੇ ਵੇਗ ਨੂੰ ਹੌਲੀ ਮਾਰ ਦਿੰਦਾ। ਸੰਭਲਣ ਦਾ ਵੇਲਾ। ਪਿਆਰੇ ਦਰਸ਼ਕੋ, ਤੁਸੀਂ ਜੇ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਤਾਂ ਇਹ ਤੁਹਾਡੇ ਅੱਗੇ ਵੀ ਬੇਨਤੀ ਆ, ਤੁਸੀਂ ਬਹੁਤ ਵੱਡੀ ਗਿਣਤੀ 'ਚ ਵਿਦੇਸ਼ਾਂ 'ਚ ਬੈਠੇ ਹੋ, ਤੁਸੀਂ ਬਹੁਤ ਵੱਡਾ ਅਸਰ ਪਾਉਂਦੇ ਹੋ ਔਰ ਪਾ ਵੀ ਸਕਦੇ ਹੋ ਆਉਣ ਵਾਲੇ ਸਮੇਂ 'ਚ ਵੀ, ਤਾਂ ਤੁਹਾਡੇ ਅੱਗੇ ਵੀ ਬੇਨਤੀ ਆ ਕਿ ਜੇ ਬਚਾਉਣਾ ਹੈ ਇਸ ਧਰਤੀ ਨੂੰ, ਇਸ ਮੁਲਕ ਨੂੰ, ਇਹਨਾਂ ਲੋਕਾਂ ਨੂੰ, ਤਾਂ ਤੁਹਾਨੂੰ ਵੀ ਉਧਰੋਂ ਹਿੰਮਤਾਂ ਕਰਨੀਆਂ ਪੈਣਗੀਆਂ। ਯੈਸ, ਤੁਸੀਂ ਉਧਰੋਂ ਹਿੰਮਤਾਂ ਕਰੋਗੇ ਕਿਉਂਕਿ ਇਹ ਸਾਰੇ ਇੰਟਰਨੈਸ਼ਨਲੀ ਇੰਟਰਕਨੈਕਟਡ ਚੀਜ਼ਾਂ ਨੇ। ਤੁਸੀਂ ਉੱਥੋਂ ਆਪਣਾ ਵਿਰੋਧ ਦਰਜ ਕਰਵਾਓਗੇ ਉੱਥੇ ਦੀਆਂ ਸਰਕਾਰਾਂ ਕੋਲੇ, ਤਾਂ ਉੱਥੋਂ ਦੀਆਂ ਸਰਕਾਰਾਂ ਨੂੰ ਮਜਬੂਰਨ ਭਾਰਤ ਸਰਕਾਰ ਦੇ ਉੱਤੇ ਕੋਈ ਨਾ ਕੋਈ ਚੈੱਕ, ਰੈਸਟ੍ਰਿਕਸ਼ਨ ਜਾਂ ਸਮਝਾਉਣਾ ਪਏਗਾ। ਹਾਂ, ਇੱਕ ਡਾਇਲੌਗ ਸ਼ੁਰੂ ਹੋਵੇ। ਮੇਰੀ ਕੋਈ ਈਵਨ ਕਿ ਇਹਨਾਂ ਦੇ ਨਾਲ ਵੀ ਜੋ ਹਿੰਦੂਤਵ ਦੀ ਵਿਚਾਰਧਾਰਾ ਹੈ, ਮੇਰੀ ਕੋਈ ਇਹਦੀ ਨਫ਼ਰਤ ਜਾਂ ਜੰਗ ਵਾਲੀ ਅਪਰੋਚ ਜਾਂ ਕੋਈ ਲੜਾਈ ਵਾਲੀ ਬਹੁਤ ਜਿਵੇਂ ਫੇਸਬੁੱਕ ਤੇ ਦੇਖਣ ਨੂੰ ਮਿਲਦੇ ਹੋ, ਇਹਨਾਂ ਨੇ ਅਜੀਬ ਨਾਂ ਰੱਖਦੇ। ਮੈਂ ਤਾਂ ਚਾਹੁੰਦਾ ਕਿ ਤੁਸੀਂ ਇਹਨਾਂ ਨਾਲ ਵੀ ਇੱਕ ਸੰਵਾਦ ਰਚਾ, ਵੀ ਗੱਲ ਕਰੀਏ ਯਾਰ, ਮਤਲਬ ਕੀ ਚੱਕਰ ਹੈ, ਜੀਵਨ ਤਾਂ ਸਾਂਝਾ ਹੈ, ਇੱਕੋ ਸਾਂਝੀ ਬੇੜੀ ਦੇ ਵਿੱਚ ਸਵਾਰ ਹਾਂ। ਜੇ ਬੇੜੀ ਡੁੱਬੇਗੀ ਤੇ ਨਹੀਂ ਡੁੱਬੇਗੇ ਵੀ ਹਿੰਦੂ ਬਚ ਜਾਣਗੇ ਤੇ ਮੁਸਲਮਾਨ ਡੁੱਬ ਜਾਣਗੇ ਜਾਂ ਸਿੱਖ ਬਚ ਜਾਣਗੇ ਤੇ ਇਹ ਬੇੜੀ, ਧਰਤੀ ਇੱਕ ਬੇੜੀ ਹੈ ਬਈ, ਸਾਰੇ ਡੁੱਬਾਂਗੇ। ਹਾਂ, ਸਨਮ ਹਮ ਵੀ ਡੂਬेंगे ਔਰ ਤੁਮਕੋ ਯੈਸ। ਜਿੱਥੋਂ ਗੱਲ ਸ਼ੁਰੂ ਕੀਤੀ ਸੀ ਨਾ ਭਾ ਨੇ ਕਿ ਅੰਦਰਲਾ ਧੋਣ ਵਾਸਤੇ ਖੁੱਲ ਕੇ ਗੱਲ ਕਰਨੀ ਬਹੁਤ ਜ਼ਰੂਰੀ ਹੈ। ਜੀ, ਸੰਵਾਦ ਰਚਾਉਣਾ ਪਏਗਾ। ਵਾਦ ਤੋਂ ਵਿਵਾਦ ਬਣਦਾ, ਫਿਰ ਸਾਨੂੰ ਰੋਕਣਾ ਪਏਗਾ। ਇਹ ਵਿਵਾਦ ਦੇ ਵਿੱਚ ਨਾ ਬੰਨੇ ਜਾਈਏ, ਉਹ ਵਿਵਾਦ ਸੰਵਾਦ ਦੇ ਵਿੱਚ ਆ ਜਾਈਏ। ਇੱਕ ਬ੍ਰੇਕ ਦਾ ਵਕਤ ਹੈ, ਬ੍ਰੇਕ ਦੇ ਅਗਲੇਰੇ ਪਾਰ ਇਹ ਤਾਂ ਗੱਲਾਂ ਸੱਚ ਬਹੁਤ ਵੱਡੀਆਂ ਹੋ ਜਾਣਗੀਆਂ। ਬ੍ਰੇਕ ਦੇ ਅਗਲੇਰੇ ਪਾਰ ਫਿਰ ਹੋਰ ਗੱਲਾਂ ਕਰਾਂਗੇ। ਬ੍ਰੇਕ ਦੇ ਇਸ ਪਾਰ ਤੁਹਾਡਾ ਮੁੜ ਤੋਂ ਸਵਾਗਤ ਹੈ। ਬਲਰਾਮ ਭਾਜੀ, ਬੜੇ ਦੁਨਿਆਵੀ ਗੱਲਾਂ ਘੁੰਮੇ ਆਏ ਆਪਾਂ, ਤੁਹਾਡੇ ਕੰਮ ਤੇ ਆਉਂਦੇ ਆ ਜੀ। ਕਵੀ, ਨਾਟਕਕਾਰ, ਸੀਰੀਅਲ ਲੇਖਕ ਵੀ ਹੋ ਤੁਸੀਂ, ਸਾਰੀਆਂ ਵਿਧਾਵਾਂ ਦੇ ਨਾਲ ਵਿਚਰਦੇ ਹੋ। ਜੀ। ਪਹਿਲਾਂ ਤਾਂ ਮੈਂ ਕਹਿੰਦਾ ਕੁਝ ਕਾਵ ਵੰਨਗੀਆਂ ਆ ਜਾਣ, ਜੇ ਕੁਝ ਇੱਕ ਦੋ ਚੀਜ਼ਾਂ ਤੁਸੀਂ ਸੁਣਾ ਸਕਦੇ ਹੋ ਸਾਡੇ ਪਿਆਰੇ ਦਰਸ਼ਕਾਂ ਨੂੰ। ਬਹੁਤ ਕੁਝ ਪੰਜਾਬੀ ਦੀਆਂ ਲੈਣਾ ਹੈ, ਜਿਵੇਂ ਅਸੀਂ ਪਾਣੀ ਨੂੰ ਲੈ ਕੇ, ਨਦੀਆਂ ਨੂੰ, ਪੰਜਾਬ ਦੀਆਂ ਨੂੰ ਲੈ ਕੇ ਇੱਕ ਨਾਟਕ ਕੀਤਾ ਸੀਗਾ, ਕੌਣ ਪਾਣੀਆਂ ਦੀ ਬਾਤ ਕਰੇ ਜੀ। ਉਹਦੇ 'ਚ ਸੀਗਾ ਇਹ, ਕੌਣ ਪਾਣੀਆਂ ਦੀ ਬਾਤ ਕਰੇ, ਕੌਣ ਪਾਣੀਆਂ ਦੀ ਬਾਤ ਕਰੇ, ਕਿ ਪਾਉਣਾ ਸੁੱਖੇ ਸਾ ਸੁੱਖ ਦੇ, ਇੱਥੇ ਨਦੀਆਂ ਨੂੰ ਤਾਪ ਚੜੇ।
ਵਣ ਕੂੰਜਾਂ ਬੋਲਦੀਆਂ ਕਿ ਗਲ ਲਗ ਰੋਣੀ ਪਈਆਂ ਪਾਉਣਾ ਸਤ ਲੁਜ ਕੋਲ ਦੀਆਂ। ਸੋ ਇਹ ਨਾਟਕ ਸੀਗਾ ਜਿਹਦੇ ਵਿੱਚ ਸਾਡੀਆਂ ਨਦੀਆਂ ਦਾ ਜੋ ਸੰਤਾਪ ਹੈ, ਸਾਡੇ ਜੰਗਲਾਂ ਦਾ, ਵਣਾਂ ਦਾ, ਪੰਛੀਆਂ ਦਾ, ਹੈ ਨਾ, ਜਿਨ੍ਹਾਂ ਨੂੰ ਅਸੀਂ ਆਪਣੇ ਜੀਵਨ ਤੋਂ ਇੱਕ ਤਰ੍ਹਾਂ ਦਾ ਖਾਰਜ ਕਰ ਦਿੱਤਾ। ਜੋ ਗੁਰਬਾਣੀ ਦਾ ਸੁਨੇਹਾ ਸੀ, ਬਲਿਹਾਰੀ ਕੁਦਰਤ ਵਸਿਆ ਤੁਰੰਤ ਨਾ ਜਾਏ ਲਖਿਆ, ਉਹ ਕਿਤੇ ਵਿਸਰ ਗਿਆ ਜੀਵਨ ਦੇ ਵਿੱਚੋਂ, ਅਮਲੀ ਜੀਵਨ ਦੇ ਵਿੱਚੋਂ। ਸੋ ਉਹ ਇਸ ਨਾਟਕ ਦੇ ਵਿੱਚ ਉਹ ਦਰਦ ਅਸੀਂ ਪਿਰੋਣ ਦੀ ਕੋਸ਼ਿਸ਼ ਕੀਤੀ ਸੀ। ਇਹਨਾਂ ਨਾਟਕਾਂ ਤੋਂ ਬਿਨਾ ਤੁਸੀਂ ਪੁਸਤਕਾਂ ਦੇ ਲਈ ਹੁਣ ਬਹੁਤ ਐਕਟਿਵ ਹੋ ਗਏ ਹੋ, ਹਨਾ। ਕਿਹੜੀਆਂ ਵਿਧਾਵਾਂ ਦੇ ਵਿੱਚ ਔਰ ਕਿਹੜਾ ਕੰਮ ਕੀਤਾ, ਕਿਉਂਕਿ ਅਡੈਪਟੇਸ਼ਨਸ ਵੀ ਬਹੁਤ ਕੀਤੀਆਂ ਨੇ, ਦਰਸ਼ਕਾਂ ਨੂੰ ਪਤਾ ਲੱਗੇ, ਕਿਉਂਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ ਆਪਾਂ ਉਸ ਤਰੀਕੇ ਦੇ ਕੰਮ ਨੂੰ ਪਹੁੰਚਾਈਏ ਆਪਾਂ। ਜੀ। ਇਹ ਪਹਿਲਾ ਤਾਂ ਪ੍ਰਸ਼ਨ ਆਪਾਂ ਕਹਾਂਗੇ ਕਿ ਜਿਹੜੀ ਪਹਿਲੀ ਪੰਜਾਬ ਦੇ ਵਿੱਚ ਥੀਏਟਰ ਦੇ ਅੰਦਰ ਜੀ ਸ਼ਾਇਦ 20 ਸਾਲ ਤੋਂ ਪਹਿਲਾਂ ਹੋ ਗਿਆ ਹੋਣਾ ਇਸ ਨੂੰ ਅਰਸਾ, ਉਹ ਓਮ ਪ੍ਰਕਾਸ਼ ਵਾਲਮੀਕੀ ਜੀ ਦੀ ਸਵੈਜੀਵਨੀ ਸੀ ਜੂਠਨ ਹਿੰਦੀ ਦੇ ਵਿੱਚ। ਉਹਦਾ ਪੰਜਾਬੀ ਦੇ ਵਿੱਚ ਅਸੀਂ ਸੋਲੋ ਨਾਟਕ ਦੇ ਤੌਰ ਤੇ ਉਹਦਾ ਕੀਤਾ, ਝੂਠ ਦੇ ਨਾਂ ਦੇ ਉੱਤੇ। ਬੜਾ ਕਮਾਲ ਦਾ। ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਜੇ ਤੁਸੀਂ ਪੜ੍ਹਨ ਲਿਖਣ ਦੇ ਚਾਹਵਾਨ ਹੋ ਔਰ ਜੇ ਤੁਹਾਨੂੰ ਨਾਟਕ ਚੰਗੇ ਲੱਗਦੇ ਨੇ, ਬਲਰਾਮ ਭਾਜੀ ਦਾ ਅਡਾਪਟੇਸ਼ਨ ਸੀ ਉਹ ਕੀਤੀ ਹੋਈ, ਓਮ ਪ੍ਰਕਾਸ਼ ਵਾਲਮੀਕੀ ਹੋਰਾਂ ਦੀ ਸਵੈ ਜੀਵਨੀ, ਕਮਾਲ ਦੀ ਕਹਾਣੀ, ਕਮਾਲ ਦਾ ਨਾਟਕ ਝੂਠ, ਸੈਮੂਅਲ ਜੌਨ ਹੋਰਾਂ ਨੇ ਖੇਡਿਆ। ਹੁਣ ਤਾਂ ਉਹ ਅੰਤਰਰਾਸ਼ਟਰੀ ਨਾਟਕ ਹੋ ਚੁੱਕਿਆ, ਕਿਉਂਕਿ ਵਿਦੇਸ਼ ਦੇ ਵਿੱਚ ਵੀ ਸੈਮੂਅਲ ਭਾਜੀ ਨੇ ਉਸ ਨਾਟਕ ਨੂੰ। ਜੀ ਭਾਜੀ ਪਲੀਜ਼। ਜੋ ਸਾਡੇ ਸੱਭਿਆਚਾਰ ਦੀ ਸਾਡੀ ਜਿਹੜੀ ਸਭ ਤੋਂ ਦੁੱਖ ਦੀ ਰਗ ਜਿਹੜੀ ਸਾਡੀ ਰਹੀ, ਜਿਹੜਾ ਜਾਤੀ ਦੇ ਨਾਲ ਜੁੜਿਆ ਹੋਇਆ ਦਰਦ ਤੇ ਐਕਸਪਲੋਇਟੇਸ਼ਨ, ਸ਼ੋਸ਼ਣ ਜਿਹੜਾ ਹੈ, ਉਸ ਨੂੰ ਉਸ ਨਾਟਕ ਦੇ ਵਿੱਚ ਅਸੀਂ ਜੋ ਹੈ ਉਹਨਾਂ ਨੇ ਵਾਲਮੀਕੀ ਸਾਹਿਬ ਨੇ ਐਕਚੁਅਲੀ ਪੇਸ਼ ਕੀਤਾ ਸੀ। ਉਹ ਪੰਜਾਬੀ ਦੇ ਵਿੱਚ ਦਰਸ਼ਕਾਂ ਨੂੰ ਔਰ ਉਹਨੂੰ ਇੰਨੀ ਜ਼ਿਆਦਾ ਉਹ ਮਿਲੀ। ਬਿਲਕੁਲ ਜੀ। ਗੁਰਸ਼ਰਨ ਭਾਜੀ ਉਹਨਾਂ ਨੇ ਪਹਿਲਾ ਸ਼ੋਅ ਉਹਦਾ ਲੁਧਿਆਣੇ ਵਿੱਚ ਹੋਇਆ ਸੀਗਾ, ਮਈ ਵਾਲੇ ਉਹਦੇ ਫਸਟ ਮਈ ਵਾਲੇ, ਪਹਿਲੇ ਮਈ ਵਾਲਾ ਕਿਰਤੀ ਲੋਕਾਂ ਦੇ ਦਿਨ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਹੋਰ ਬਹੁਤ ਸਾਰੀਆਂ, ਜੇ ਅਡੈਪਟੇਸ਼ਨ ਦੀ ਗੱਲ ਕਰਨੀ ਹੋਵੇ ਤੇ ਈਵਨ ਅਸੀਂ ਮੈਕਬੈਥ ਨੂੰ ਪੰਜਾਬੀ ਚ ਕੀਤਾ। ਕਮਾਲ ਦਾ ਨਾਟਕ। ਔਰ ਮੈਕਬੈਥ ਨੂੰ ਪੰਜਾਬੀ ਦੇ ਵਿੱਚ ਸੋਚਣਾ ਹੀ ਬਹੁਤ ਵੱਡੀ ਗੱਲ ਹੈ। ਉਹ ਕਿਵੇਂ ਆਈਡੀਆ ਚੱਲਿਆ? ਉਹ ਅਸਲ ਵਿੱਚ ਮੈਕਬੈਥ ਮੈਨੂੰ ਹਮੇਸ਼ਾ ਹੀ ਐ ਲੱਗਦਾ ਹੁੰਦਾ ਸੀ ਕਿ ਉਹ ਸਾਡੇ ਜਿਹੜਾ ਹੈ ਨਾ, ਜਿਹੜਾ ਕਲਚਰ ਹੈ ਨਾ, ਉਹਦੇ ਬਹੁਤ ਨੇੜੇ ਕਿਤੇ ਨਾ ਕਿਤੇ ਜਿਹੜਾ ਹੈ ਨਾ, ਕਿ ਜਿਹੜੀਆਂ ਮਨ ਦੀਆਂ ਜਿਹੜੀਆਂ ਸਾਡੀਆਂ ਚੁੜੇਲਾਂ ਨੇ ਐਕਚੁਅਲੀ, ਜਿਹੜੀਆਂ ਉਹ ਸਾਡੇ ਮਨ ਦੀਆਂ ਹੀ ਵੱਖਰੇ ਵੱਖਰੇ ਰੂਪ ਨੇ। ਸਾਡਾ ਲੋਭ ਹੈ, ਸਾਡਾ ਫੇਅਰ ਹੈ, ਉਹ ਕਿਵੇਂ ਇੱਕ ਕਰੈਕਟਰ ਨੂੰ, ਉਹ ਮੈਨੂੰ ਸਾਡੇ ਪੁਰਾਣਾਂ ਦੀ ਕਿਤੇ ਯਾਦ ਕਰਾਉਂਦਾ ਹੈ ਨਾ। ਜਿਵੇਂ ਸਾਡੇ ਪੁਰਾਣਾਂ ਦੇ ਵਿੱਚ ਇੱਕ ਕਰੈਕਟਰ ਕਿਰਦਾਰ ਆਉਂਦਾ, ਪਾਤਰ, ਉਹ ਹੈ ਜਿਹੜੇ ਪ੍ਰਹਲਾਦ ਦੇ ਪਿਤਾ ਨੇ, ਨਕਸ਼ਪੂ ਜਿਹੜਾ, ਉਹ ਵਰਦਾਨ ਮੰਗਦੇ ਆ ਕਿ ਵੀ ਮੈਂ ਜਿਹੜਾ ਹੈ ਵੀ ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਸ਼ਸਤਰ ਨਾ ਮਰਾਂ, ਨਾ ਅਸਤਰ ਮਰਾਂ, ਨਾ ਦਿਨੇ ਨਾ ਰਾਤ ਨੂੰ। ਮਤਲਬ ਉਹ ਇੱਕ ਕਿਸਮ ਦਾ ਮੌਤ ਤੋਂ ਆਪਣੇ ਆਪ ਨੂੰ, ਜੋ ਕੁਦਰਤ ਦਾ ਵਿਧਾਨ ਹੈ, ਉਸ ਵਿਧਾਨ ਨੂੰ ਰੱਦ ਕਰਨ ਦੀ ਜਿਹੜੀ ਪ੍ਰਵਿਰਤੀ ਹੈ, ਜਿਹਦੇ ਨਾਲ ਫਿਰ ਬੰਦਾ ਕਹਿੰਦੇ ਅਸਰ ਹੋ ਜਾਂਦਾ। ਇਹਦਾ ਅਸਰ ਹੋਣ ਦਾ, ਦੈਤ ਹੋਣ ਦਾ ਕਨਸੈਪਟ ਸੀ, ਉਹ ਕਿਤੇ ਨਾ ਕਿਤੇ ਮੈਕਬੈਥ ਦੇ ਵਿੱਚ ਮੈਨੂੰ ਨਜ਼ਰ ਆਉਂਦਾ ਸੀਗਾ ਜੀ। ਉਹ ਮੈਕਬੈਥ ਹੋਇਆ। ਉਹ ਫਿਰ ਉਸ ਤੋਂ ਬਾਅਦ ਜਦੋਂ ਗੁਜਰਾਤ ਦੇ ਦੰਗੇ ਹੋਏ ਸੀ, ਉਸ ਤੋਂ ਬਾਅਦ ਅਸੀਂ ਇੱਕ ਪਲੇ ਲਿਖਿਆ ਸੀਗਾ, ਤੈਂ ਕੀ ਦਰਦ ਨਾ ਆਇਆ। ਮੈਂ ਉਸ ਦੇ ਵਿੱਚ ਕੰਮ ਕੀਤਾ ਹੈ। ਜੀ। ਮੈਂ ਤੁਹਾਡੇ ਸਾਰਿਆਂ ਚ ਕੀਤਾ, ਵੇਟਿੰਗ ਫॉर ਗੋਡੋ ਚ ਕੀਤਾ, ਮਾਤਲੋਕ ਚ ਕੀਤਾ। ਹਾਂ, ਮਾਤਲੋਕ ਜਿਹੜਾ ਹੈ, ਉਹ ਜਿਹੜਾ ਜਿਹੜੇ ਸਾਡੇ ਸੁਸਾਈਡ, ਖੁਦਕੁਸ਼ੀਆਂ ਹੋਈਆਂ, ਉਹ ਅੱਜ ਪੂਰਾ ਰੈਲੇਵੈਂਟ ਹੈ। ਹਾਂਜੀ। ਉਦੋਂ ਵੀ ਸੀ, ਪਰ ਅੱਜ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਫੀਨੋਮੀਨਾ ਚੇਂਜ ਹੋ ਗਿਆ ਨਾ ਜੀ, ਹਨਾ। ਵੀ ਉਹ ਖੁਦਕਸ਼ੀਆਂ ਦੇ ਵਿਸ਼ੇ ਨੂੰ ਲੈ ਕੇ ਵੀ ਉਹਦੇ ਪਿੱਛੇ ਕਿਹੜੇ ਕਾਰਨ, ਕਲਚਰਲ ਕਾਰਨ ਨੇ, ਸੱਭਿਆਚਾਰਕ ਕਾਰਨ ਨੇ, ਆਰਥਿਕ ਕਾਰਨ ਨੇ, ਕਿਵੇਂ ਅਸੀਂ ਇੱਕ ਦੂਸਰੇ ਦੇ ਦੁੱਖ ਦਰਦ ਨਾਲੋਂ ਟੁੱਟ ਗਏ ਆ। ਔਰ ਜਿਹੜੀ
ਬਾਣੀ ਚ ਆਉਂਦਾ ਨਾ ਵੀ ਇਹ ਮਨੁੱਖੀ ਦੇਹ ਇਹੋ ਜੀ ਹੈ, ਸਾਰੇ ਪੁਰਾਣਾ ਚ ਵੀ ਆਉਂਦਾ, ਸਾਰੇ ਜੀ ਆਉਂਦਾ ਕਿ ਇਸ ਦੇਹ ਨੂੰ ਦੇਵਤੇ ਵੀ ਤਰਸਦੇ ਆ, ਸਭ ਤੋਂ ਉੱਤਮ ਹੈ ਨਾ, ਵੀ ਇਸ ਦੇਹੀ ਦੀ, ਇਸ ਮਨੁੱਖੀ ਦੇਹੀ ਦੀ ਜਿਹੜੀ ਮਹੱਤਤਾ ਹੈ, ਜਦੋਂ ਮਨ ਦੇ ਫੰਦੇ 'ਚ ਫਸ ਕੇ ਅਸੀਂ ਦੇਹ ਨਾਲੋਂ ਟੁੱਟ ਜਾਂਦੇ ਆ ਤੇ ਫਿਰ ਖੁਦਕੁਸ਼ੀ ਵਾਲਾ ਫੈਨੋਮੇਨਾ ਸਾਹਮਣੇ ਆ। ਉਹ ਕੱਲਾ ਆਰਥਿਕ ਫੈਨੋਮੇਨਾ ਨਹੀਂ ਹੈ, ਬਿਲਕੁਲ ਉਹ ਕੱਲਾ ਆਰਥਿਕ ਵਰਤਾਰਾ ਨਹੀਂ ਹੈ। ਉਸੇ ਦੇ ਵਿੱਚ ਇੱਕ ਕਰੈਕਟਰ ਜਿਹੜਾ ਹੈ ਉਹ ਕਿਸਾਨਾਂ ਦਾ ਮੁੰਡਾ ਹੈ ਜਿਹੜਾ ਕਰਜ਼ਿਆਂ ਕਰਕੇ ਹੋਰ ਪਰਿਵਾਰਕ ਦਬਾਵਾਂ ਕਰਕੇ ਮਰਦਾ। ਦੂਸਰੇ ਪਾਸੇ ਇੱਕ ਮੁੰਡਾ ਜਿਹੜਾ ਉਹਨਾਂ ਦੇ ਪਿਛਲੇ ਗਵਾਂਢੀ ਹੈ, ਜਿੱਦਾਂ ਕੰਧ ਸਾਂਝੀ ਹੈ, ਉਹਨਾਂ ਦਾ ਮੁੰਡਾ ਹੈ ਉਹ ਜੰਗ ਦੇ ਵਿੱਚ ਮਰ ਜਾਂਦਾ ਹੈ। ਬਿਲਕੁਲ ਉਹ ਜੰਗ 'ਚ ਮਰ ਜਾਂਦਾ ਹੈ ਤੇ ਉਹ ਹੁਣ ਜਿਹੜਾ ਮਰਿਆ ਹੋਇਆ ਦੋਨੇ ਹੀ ਮੁੰਡੇ ਜਿਹਨੇ ਖੁਦਕੁਸ਼ੀ ਕੀਤੀ ਔਰ ਜੰਗ 'ਚ ਮਰਿਆ, ਉਹ ਹੁਣ ਦੋਨੇ ਹੀ ਵਾਪਸ ਇੱਕ ਨਾਟਕੀ ਵਿਧਾ ਸੀ ਯੂਜ਼ ਕੀਤੀ ਕਿ ਵਾਪਸ ਮੁੜ ਕੇ ਪਿੰਡ ਦੇ ਵਿੱਚ ਆਉਂਦੇ ਨੇ ਤੇ ਦੇਖਦੇ ਨੇ ਕਿ ਸਾਡੇ ਪਿੰਡ ਦੀ ਹਾਲਤ ਕੀ ਹੈ। ਤੇ ਫਿਰ ਉਹ ਦੱਸਦਾ ਹੈ ਕਿ ਮੇਰਾ ਜਦੋਂ ਮੇਰੀ ਲਾਸ਼ ਨੂੰ ਬਾਰਡਰ ਤੋਂ ਉੱਥੋਂ ਲੈ ਕੇ ਆਏ ਸੀਗੇ ਤੇ ਮੈਂ ਦੇਖਿਆ ਵੀ ਬਾਰਡਰ ਤਾਂ ਇਕੱਲੇ ਉੱਥੇ ਨਹੀਂ, ਅਸੀਂ ਘਰਾਂ ਦੇ ਵਿੱਚ ਬਾਰਡਰ ਬਣਾ ਲਏ ਆ। ਅਸੀਂ ਘਰਾਂ ਦੇ ਵਿੱਚ ਇੱਕ ਗਵਾਂਢ ਤੇ ਦੂਸਰੇ ਗਵਾਂਢ ਦੇ ਵਿੱਚ ਇੰਨਾ ਪਾੜਾ ਹੋ ਗਿਆ ਕਿ ਇੰਦਾ ਲੱਗਦਾ ਵੀ ਬਾਰਡਰ ਹੈ, ਬਾਰਡਰ ਹੀ ਨਹੀਂ ਵੀ ਨਾਲ ਦੇ ਘਰ ਵਿੱਚ ਕੀ ਹੋ ਰਿਹਾ। ਸਾਡੇ ਇਦਾਂ ਲੱਗਦਾ ਵੀ ਇਹ ਘਰ ਦਾ ਕਲੇਸ਼ ਸਾਡੇ ਘਰ 'ਚ ਨਹੀਂ, ਦਰਵਾਜ਼ੇ ਢੋਂਦੇ ਨੇ ਹੁਣ ਲੈ ਕੇ। ਇਹ ਉਸ ਮਾਤ ਲੋਕ ਦਾ ਉਹਦਾ ਹਿੱਸਾ। ਤੇ ਉਹ ਕਹਿੰਦੇ ਵੀ ਫਿਰ ਉਸ ਦਿਨ ਬਾਪੂ ਮੇਰਾ ਜਿਹੜਾ ਹੈ ਨਾ ਵੀ ਉਹ ਐਮਐਲਏ ਵੀ ਆਇਆ ਸੀ ਤੇ ਫਲਾਣਾ ਵੀ ਆਇਆ ਸੀ ਤੇ ਪਹਿਲੀ ਵਾਰੀ ਉਹਨੂੰ ਸਟੇਜ ਤੇ ਬਿਠਾਇਆ ਸੀ। ਉਹ ਕਹਿੰਦਾ ਵੀ ਪੁੱਤ ਮਰਵਾ ਕੇ ਹਾਏ ਹੋਏ 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 ਕੀ ਬਾਤ ਹੈ। ਔਰ ਇਸ ਨਾਟਕ ਦਾ ਇੱਕੋ ਡਾਇਲੋਗ ਮੈਨੂੰ ਚੇਤੇ ਹੈ। ਉਹ ਲੜਕੀ ਕਹਿੰਦੀ ਹੈ ਕਿ ਅੱਜ ਤਾਂ ਜਾਪਦਾ ਸਾਰਾ ਪਿੰਡ ਹੀ ਮਰ ਗਿਆ, ਹੈਨਾ। ਹਾਂ, ਕਿਉਂਕਿ ਜਦੋਂ ਬਹੁਤ ਸੰਜੀਦਾ ਥਾਣੇਦਾਰ ਜਿਹੜਾ ਹੈਗਾ ਉਸ ਵਿਧਵਾ ਦੇ ਇਹਦੇ ਮੂੰਹ ਤੇ ਥੱਪੜ ਮਾਰਦਾ ਹੈ ਤੇ ਪਿੰਡ ਦੇ ਵਿੱਚੋਂ ਕੋਈ ਰਿਐਕਸ਼ਨ ਨਹੀਂ ਹੁੰਦਾ। ਤੇ ਜਿਹੜੇ ਬੰਦੇ ਖੁਦਕੁਸ਼ੀ ਕੀਤੀ ਸੀ, ਜਿਹੜਾ ਬਾਰਡਰ ਤੇ ਮਰਿਆ ਬੰਦਾ ਸੀ, ਉਹ ਵੀ ਦੇਖ ਰਹੇ ਆ ਤੇ ਉਹ ਦੇਖਦੇ ਕਹਿੰਦੇ ਵੀ ਸਾਡਾ ਮਸਾਨ ਜਿਹੜਾ ਹੈ ਇਹਦੇ ਨਾਲੋਂ ਵੱਧ ਜਿਉਂਦਾ ਹੈ। ਇਹ ਹੈ ਸੰਜੀਦਗੀ ਨਾਟਕੀ ਵਿਧਾ ਦੀ। ਇਸ ਤੋਂ ਬਿਨਾਂ ਭਾਜੀ ਮੈਂ ਪਿੱਛੇ ਜੇ ਫੋਲੋ ਕਰ ਰਿਹਾ ਸੀ ਤੁਹਾਨੂੰ, ਤੁਸੀਂ ਕੁਝ ਵੱਡਾ ਵੀ ਕੀਤਾ, ਮਤਲਬ ਕੋਈ ਵੱਡੀ ਅਡੈਪਟੇਸ਼ਨ ਵੀ ਕੀਤੀ ਹੈ। ਵੇਟਿੰਗ ਫॉर ਗੋਦੋ ਹੋਇਆ ਉਹਨਾਂ ਦਿਨਾਂ ਦੇ ਵਿੱਚ, ਹੁਣ ਰੀਸੈਂਟਲੀ ਸਾਲ ਡੇਢ 2 ਸਾਲ ਦੇ ਵਿੱਚ। ਉਹ ਅਲੱਗ-ਅਲੱਗ ਵਿਧਾਵਾਂ ਦੇ ਵਿੱਚ, ਫਿਲਾਸਫੀ ਦੇ ਵਿੱਚ ਵੀ ਕੰਮ ਕੀਤਾ ਮੈਂ, ਹਿਸਟਰੀ 'ਚ ਵੀ ਕੰਮ ਕੀਤਾ, ਸੁਕਰਾਤ ਤੇ ਵੀ ਕੀਤਾ ਸ਼ਾਇਦ। ਨਹੀਂ, ਸੁਕਰਾਤ ਤੇ ਨਹੀਂ ਕੀਤਾ ਸੀ ਮੈਂ। ਹੁਣ ਰੀਸੈਂਟਲੀ ਉਹਦੇ ਮੈਂ ਥੋੜਾ ਜਿਹਾ ਬਾਅਦ ਚ ਆਵਾਂਗਾ। ਹਾਂਜੀ, ਫਿਰ ਮਾਤਲੋਕ ਦੀ ਆਪਾਂ ਗੱਲ ਕੀਤੀ, ਝੂਠ ਦੀ ਗੱਲ ਹੋਈ, ਤੈਂ ਕੀ ਦਰਦ ਨਾ ਦੀ ਗੱਲ ਹੋ ਗਈ। ਉਸ ਤੋਂ ਇਲਾਵਾ ਫਿਰ ਅਸੀਂ ਹੀਰ ਵਾਰਸ ਦੇ ਉਹਨੂੰ ਵੀ ਕੀਤਾ ਸੀਗਾ। ਉਹਦਾ ਨਾਂ ਅਸੀਂ ਰੱਖਿਆ ਸੀਗਾ ਇਸ਼ਕ ਕੀਤਾ ਸੂ ਜਗ ਦਾ मूल मियाँ, है ना। ਉਹਦੇ ਚ ਵੀ ਸੇਮ ਹੈ। ਔਰ ਮੌਤ ਔਰ ਇਸ਼ਕ ਇਹ ਮੇਰੇ ਸਾਰੇ, ਔਰ ਮਨ ਕਿਵੇਂ ਬੰਦੇ ਨਾਲ ਖੇਡਦਾ ਹੈ ਨਾ, ਇਹ ਸਾਰੇ ਨਾਟਕਾਂ ਦੀ ਮੇਰੀ ਇੱਕ ਸਾਂਝੀ ਤਾਣੀ ਬਾਣੀ ਹੈ। ਔਰ ਰੀਸੈਂਟਲੀ ਇੱਕ ਜਿਹੜਾ ਹਾਲੇ ਪੂਰਾ ਉਹਦਾ ਇੱਕ ਡਰਾਫਟ ਦਾ ਤਿਆਰ ਹੋ ਗਿਆ ਜੀ, ਉਹ ਨਾਟਕ ਅਸੀਂ ਤਿਆਰ ਕੀਤਾ। ਉਹਦੇ 'ਚ ਕਿਰਦਾਰ ਨੇ ਜਿਹਨਾਂ ਨੂੰ ਇਤਿਹਾਸਕ ਤੌਰ 'ਤੇ ਤਾਂ ਨਹੀਂ ਰੱਖ ਕੇ ਕਿਹਾ ਜਾ ਸਕਦਾ, ਲੇਕਿਨ ਇਤਿਹਾਸਕ ਕਿਰਦਾਰ ਨੇ। ਉਹ ਗਾਂਧੀ भी नहीं, गोडसे भी है, और टैगोर हैं, और नेहरू हैं, और नेताजी सुभाष चंद्र बोस ने, हैं जी, और ਉਹਦੇ 'ਚ ਭਗਤ ਸਿੰਘ ਵੀ ਨੇ, हैं जी। ਤੇ ਇਸ ਨਾਟਕ ਦੇ ਵਿੱਚ ਜਿਹੜਾ ਹੈ ਨਾ, ਉਹਦੇ 'ਚ ਇੱਕ ਸੀਨ ਆਦਾ, ਤੁਹਾਨੂੰ ਮੈਂ ਇੱਕ ਡਾਇਲੌਗ ਸੁਣਾਉਂਦਾ, ਮੇਰਾ ਮੋਹ ਉਹਦੇ ਨਾਲ ਹੈ ਵੀ ਜਿਹੜਾ ਹੈ ਨਾ ਗੋਡਸੇ ਹੈ, ਉਹਦੇ 'ਚ ਅਸੀਂ ਗੋਡਸੇ ਨਾਲ ਵੀ ਕੋਈ ਨਫ਼ਰਤ ਦਾ ਕਿਰਦਾਰ ਨਹੀਂ ਹੈਗਾ। ਉਹ ਤੇ ਗੋਡਸੇ ਜਿਹੜਾ ਹੈ ਨਾ ਉਹ ਤਿਆਰੀ ਕਰ ਰਿਹਾ ਤੇ ਰਿਹਰਸਲ ਚੱਲ ਰਹੀ ਹੈ, ਨਾਟਕ ਐਵੇਂ ਵੀ ਰਿਹਰਸਲ ਹੋ ਰਹੀ ਹੈ, ਮੇਕਅਪ ਹੋ ਰਿਹਾ, ਇਹ ਹੋ ਰਿਹਾ ਇਸ ਤਰ੍ਹਾਂ। ਤੇ ਉਹ ਨਾ ਪਿਸਤੌਲ ਤਿਆਰ ਕਰ ਰਿਹਾ ਹੈ ਉਹ, ਤੇ ਪਿੱਛੇ ਜਿਹੜਾ ਭਗਤ ਸਿੰਘ ਵਾਲਾ ਕਿਰਦਾਰ ਪਿੱਛੇ ਬੈਠਾ ਹੈ ਨਾ, ਉਹ ਉਹਨੂੰ ਕਹਿ ਰਿਹਾ, ਕਹਿੰਦਾ ਯਾਰ ਦੇਖ ਗਾਂਧੀ ਦੇ ਨਾਲ ਰੌਲੇ ਸਾਡੇ ਵੀ ਬਥੇਰੇ ਸੀ, ਹੈਨਾ, ਪਰ ਐਡੀ ਵੀ ਕੀ ਗੱਲ ਹੈ ਕਿ ਗਾਂਧੀ ਨੂੰ ਗੋਲੀ ਮਾਰਨ ਤੋਂ ਪਹਿਲਾਂ ਕਹਿੰਦਾ ਕਿਸੇ ਅੰਗਰੇਜ਼ ਨੂੰ ਰੋੜਾ ਹੀ ਮਾਰ ਦਿੰਦਾ। ਕੀ ਬਾਤ ਹੈ ਯਾਰ, ਕੀ ਬਾਤ ਹੈ। ਇਹ 30-35 ਸਾਲਾਂ ਦਾ ਤੂੰ ਜਵਾਨ ਹੋ ਗਿਆ ਸੀ, ਮੈਂ ਤਾਂ 23 ਸਾਲਾਂ 'ਚ ਫਾਂਸੀ ਚੱਲ ਵੀ 30-35 ਸਾਲਾਂ ਤੱਕ ਤੂੰ ਕਿਸੇ ਅੰਗਰੇਜ਼ ਸੱਤਾ ਦੇ ਅਧਿਕਾਰੀ ਦੇ ਖਿਲਾਫ ਇੱਕ ਸ਼ਬਦ ਨਹੀਂ ਲਿਖਿਆ, ਹਾਲਾਂਕਿ ਤੂੰ ਇੱਕ ਮੈਗਜ਼ੀਨ ਦਾ ਐਡੀਟਰ ਬਿਲਕੁਲ ਹੈ, ਕਿਸੇ ਨੂੰ ਰੋੜਾ ਤੱਕ ਨਹੀਂ ਮਾਰਿਆ, ਇਹ ਕਿਉਂ? ਮਤਲਬ ਇਹ ਸਵਾਲ ਇੱਕ ਜਿਹੜਾ ਹੈ। ਤੇ ਫਿਰ ਉਹਦੇ 'ਚ ਨਾ ਕਿਤੇ ਫਿਰ ਗੋਡਸੇ ਆਪਣੇ ਬਾਰੇ ਦੱਸਦਾ, ਕਹਿੰਦਾ
ਕਿ ਗਾਂਧੀ ਦਾ ਇੱਕ ਡਾਇਲੌਗ ਆ ਉਹ ਜੋ ਬੰਦੇ ਨੂੰ ਪੁੱਛਦਾ ਕਹਿੰਦਾ ਯਾਰ ਤੂੰ ਮੈਨੂੰ ਇਹ ਸਹੀ ਗੱਲ ਦੱਸ ਕਿ ਤੇਰਾ ਗਾਂਧੀ ਨਾਲ ਪਿਆਰ ਹੈ ਜਿਹਦੇ ਕਰਕੇ ਤੂੰ ਇਹ ਸਾਰਾ ਕੁਝ ਕਰ ਰਿਹਾ ਹੈ ਜਾਂ ਸਿਰਫ ਗੋਡਸੇ ਨਾਲ ਨਫ਼ਰਤ ਹੈ। ਦੋ ਗੱਲਾਂ ਬੜੀਆਂ ਕਹਿੰਦਾ ਬਿਲਕੁਲ ਵੱਖਰੀਆਂ ਗੱਲਾਂ ਹੈ। ਕਹਿੰਦਾ ਨਫ਼ਰਤ ਤਾਂ ਕੀ ਹੈ, ਉਹ ਕਦੀ ਗੋਡਸੇ 'ਚ ਵੱਜਦੀ ਹੈ, ਕਦੀ ਗਾਂਧੀ 'ਚ ਵੱਜਦੀ ਹੈ, ਕਦੀ ਮੁਗਲਾਂ 'ਚ ਵੱਜਦੀ ਹੈ, ਕਦੀ ਅੰਗਰੇਜ਼ਾਂ 'ਚ ਵੱਜਦੀ ਹੈ। ਉਹਦਾ ਕੋਈ ਧਰਮ ਥੋੜੀ ਹੈ, ਉਹ ਤੁਹਾਡੇ ਕੰਟਰੋਲ 'ਚ ਨਹੀਂ ਹੈ। ਤੁਹਾਨੂੰ ਲੱਗਦਾ ਤੁਸੀਂ ਉਹਨੂੰ ਕੰਟਰੋਲ ਕਰ ਰਹੇ ਹੋ ਪਰ ਅਸਲ 'ਚ ਉਹ ਤੁਹਾਨੂੰ ਕੰਟਰੋਲ ਕਰ ਰਹੀ ਹੁੰਦੀ ਹੈ ਨਾ। ਇਹ ਗੱਲ ਜਦੋਂ ਨਾ ਗੋਡਸੇ ਨੂੰ ਬਹੁਤ ਵੱਜਦੀ ਹੈ, ਉਹ ਕਹਿੰਦਾ ਯਾਰ ਇਹ ਤਾਂ ਬੰਦਾ ਹੀ ਨਹੀਂ ਜਿਹਨੂੰ ਮੈਂ ਮਾਰਿਆ। ਇਹ ਉਹ ਬੰਦਾ ਹੀ ਨਹੀਂ ਜਿਹਨੂੰ ਮੈਂ ਮਾਰਿਆ ਸੀਗਾ, ਇਹ ਗਾਂਧੀ ਨਹੀਂ ਹੈ, ਇਹ ਗਾਂਧੀ ਨਹੀਂ ਹੈ। ਉਹ ਕਹਿੰਦਾ ਮੈਂ ਤਾਂ ਕਹਿੰਦਾ ਜਿਹੜਾ ਗਾਂਧੀ ਸਾਡੇ ਤੱਕ ਪਹੁੰਚਾਇਆ ਗਿਆ ਸੀ ਉਹ ਤਾਂ ਗਾਂਧੀ ਸੀਗਾ ਜਿਹੜਾ ਮੁਸਲਮਾਨਾਂ ਦੀ ਝੂਠ ਗਾਉਂਦਾ ਸੀਗਾ, ਹਿੰਦੂਆਂ ਤੋਂ ਚੌਥ ਲੈਂਦਾ ਸੀ ਤੇ ਮਰਾਠੇ ਜਦੋਂ ਹਮਲਾ ਕਰਦੇ ਸੀਗੇ ਤੁਰਕਾਂ ਦੇ ਉੱਤੇ ਤਾਂ ਉਹਨਾਂ ਨੂੰ ਲੁਕੋ ਲੈਂਦਾ ਸੀਗਾ ਤੇ ਕਹਿੰਦਾ ਜੇਲ੍ਹ ਜਾਂਦੇ ਸੀ ਅੰਗਰੇਜ਼ਾਂ ਦੀ ਜੇਲ੍ਹ 'ਚ ਉਹ ਤਾਂ ਬੈਡਮਿੰਟਨ ਖੇਡਣ ਜਾਂਦੇ ਸੀ, ਚਿੜੀ ਛਿੱਕਾ ਖੇਡਦੇ ਸੀ ਉੱਥੇ ਜਾ ਕੇ। ਆਹ ਗਾਂਧੀ ਸਾਡੇ ਤੱਕ ਪਹੁੰਚਾਇਆ, ਸਾਡੇ ਤੱਕ ਕਹਿੰਦਾ ਅਸਲ ਮੈਂ ਆਹ ਤਾਂ ਕਹਿੰਦਾ ਬੰਦਾ ਹੀ ਹੋਰ ਆ ਬੜੀ ਕਮਾਲ ਦੀ ਜੁਗਤ ਫੜੀ ਤੁਸੀਂ, ਬਹੁਤ ਸੈਂਸਿਟਿਵ ਗੱਲ। ਭਾਜੀ ਵਕਤ ਮੈਨੂੰ ਕਹਿ ਰਿਹਾ ਕਿ ਰੁਕ ਜਾਈਏ ਪਰ ਮੈਂ ਚਾਹੁੰਦਾ ਕਿ ਰੁਕਣ ਤੋਂ ਪਹਿਲਾਂ ਕੁਝ ਸਤਰਾਂ ਜਾਂ ਕੁਝ ਲਾਈਨਾਂ ਅੰਤ ਨਹੀਂ ਹੈ ਇਹ ਜਿਹੜੀ ਤੁਹਾਡੀ ਕਾਵਿ ਪੁਸਤਕ ਸੀ ਉਸ ਦੇ ਵਿੱਚੋਂ ਜੇਕਰ ਚੇਤੇ ਦੇ ਵਿੱਚ ਹਾਂ ਉਹਦੇ 'ਚ ਵੀ ਫਿਰ ਮੈਂ ਤੁਹਾਨੂੰ ਲੈਣਾ ਇੱਕ ਸੁਣਾਉਣਾ ਜੀ ਜਿਹੜੀਆਂ ਨਾ ਉਹ ਪਾਣੀ ਨਾਲ ਹੀ ਜੁੜੀਆਂ ਉਹ ਹਿੰਦੀ 'ਚ ਹੈ ਜੀ ਹੈ ਨਾ। ਤੇ ਉਹਦਾ ਸੀਗਾ ਇਹ ਕਿ ਪਾਣੀ ਕੇ ਹੈ रूप अपार, पानी के हैं रूप अपार, इसकी महिमा अपरंपार, पानी सकल जगत आधार, पानी सकल जगत आधार, पानी का सारा पासा, मेघ रूप में जब ये भाई इंद्रधनुष हो जाता आसमान का सूना आंगन बगिया सा खिल जाता। क्या बात है। तेज ताप पर्वत मस्तक जब सहन नहीं कर पाता कोमल हृदय पिघल कर पत्थर फिर झरना हो जाता। क्या बात है, वाह। ਇਹ ਪਾਣੀ ਦਾ ਪਸਾਰ ਹੈ, ਇਹ ਹੈ ਪਾਣੀ ਦਾ ਪਸਾਰ। ਭਾਜੀ ਜਾਣ ਨੂੰ ਦਿਲ ਨਹੀਂ ਕਰ ਰਿਹਾ। ਔਰ ਮੈਂ ਦਰਸ਼ਕਾਂ ਲਈ ਦੱਸ ਦਵਾਂ ਕਿ ਸਾਡੇ ਕੋਲੇ ਬਲਰਾਮ ਭਾ ਦੇ ਕੋਲ ਜਾਂ ਸਾਡੇ ਸਾਰਿਆਂ ਦੇ ਕੋਲ ਇੰਨਾ ਕੁ ਖਜ਼ਾਨਾ ਪਿਆ ਗੱਲਾਂ ਦਾ। ਇੱਕ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਭਾਜੀ ਹੋਰਾਂ ਦੀ ਜਿਹੜੀ ਸਾਹਿਤ ਦੀ ਤੰਦ ਆਪਾਂ ਇਹਨੂੰ ਇੱਕ ਵਾਰੀ ਕੰਟੀਨਿਊ ਕਰਾਂਗੇ, ਇੱਕ ਦੂਸਰਾ ਭਾਗ ਹੋਰ ਲੈ ਕੇ ਆਵਾਂਗੇ ਜਿਸ ਦੇ ਵਿੱਚ ਅਸੀਂ ਦੁਨਿਆਵੀ ਗੱਲਾਂ ਦੇ ਨਾਲ ਨਾਲ ਸਾਹਿਤਕ ਵੰਨਗੀਆਂ ਦੀਆਂ ਜਿਹੜੀਆਂ ਹੋਰ ਕਈ ਸਾਰੀਆਂ ਸਿਨਫਾਂ ਉਹਨਾਂ ਸਾਰੀਆਂ ਸਿਨਫਾਂ ਦੇ ਵਿੱਚ ਆਪਾਂ ਫਿਰ ਦੂਸਰੇ ਬਹੁਤ ਕੁਝ ਰਹਿ ਗਿਆ ਦੂਸਰੇ ਭਾਗ ਦੇ ਵਿੱਚ ਬਲਰਾਮ ਭਾ ਦੇ ਨਾਲ ਫਿਰ ਤੋਂ ਗੁਫ਼ਤਗੂ ਦੀ ਸਾਂਝ ਪਾਵਾਂਗੇ। ਪਰ ਫਿਲਹਾਲ ਵਕਤ ਕਹਿ ਰਿਹਾ ਕਿ ਵक्त की हर शय गुलाम वक्त का हर शय पे राज आदमी को चाहिए वक्त से डर कर रहे क्या पता किस वक्त यारो वक्त का बदले मिजाज वक्त ਦਾ ਮਿਜਾਜ਼ ਬਦਲੇ ਤੋਂ ਪਹਿਲਾਂ ਆਪਾਂ ਬਦਲ ਜਾਂਦੇ ਹਾਂ ਜੀ। ਵਿਦਾ ਲੈ ਭਾਜੀ ਬਹੁਤ ਅੱਛਾ ਲੱਗਾ ਜੀ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਮੇਰੇ ਦਰਸ਼ਕੋ। ਸਤਿ ਸ਼੍ਰੀ ਅਕਾਲ। ਜੀਵੇ ਪੰਜਾਬ ਤੇ ਜਿਉਣ ਪੰਜਾਬੀ।